ਕਹਿੰਦੇ ਸੀ ਜੀ ਜੇ ਉਹਦਾ ਜਿਗਰ ਖਰਾਬ ਹੋ ਗਿਆ, ਲਿਵਰ ਖਰਾਬ ਹੋ ਗਿਆ, ਉਹ ਸ਼ਰਾਬ ਬਹੁਤ ਪੀਂਦਾ ਹੋਏਗਾ। ਕੋਈ ਜ਼ਰੂਰੀ ਨਹੀਂ ਹੈ। ਨੋ ਡਾਊਟ ਕਿ ਜਿੰਨੇ ਵੀ ਟੌਕਸਿਕ ਨੇ, ਇਕੱਲਾ ਸ਼ਰਾਬ ਹੀ ਨਹੀਂ, ਜੋ ਅੱਜ ਕੱਲ੍ਹ ਹੋਰ ਨਸ਼ੇ ਚੱਲੇ ਨੇ ਜਿਹੜੇ ਬਾਡੀ ਵਿੱਚ ਫਾਇਰ ਐਲੀਮੈਂਟ ਜਾਂ ਟੈਂਪਰੇਰੀ ਸਟੀਮੂਲੇਸ਼ਨ ਲੈ ਕੇ ਆਉਂਦੇ ਨੇ, ਉਹ ਸਾਡੇ ਲਿਵਰ 'ਤੇ ਡਾਇਰੈਕਟਲੀ ਇਫੈਕਟ ਕਰਦੇ ਨੇ। ਐਨਰਜੀ ਡਰਿੰਕਸ ਵੀ ਅੱਜ ਕੱਲ੍ਹ ਬੜੀਆਂ ਜਿਹੜੀਆਂ ਉਹ ਵੀ ਇੱਕਦਮ ਤੁਹਾਨੂੰ ਬੂਸਟ ਅਪ ਕਰਦੀਆਂ ਨੇ, ਕੀ ਉਹ ਵੀ ਨੁਕਸਾਨ ਪਹੁੰਚਾਉਂਦੀਆਂ ਨੇ ਲੀਵਰ ਨੂੰ? ਕੋਈ ਵੀ ਐਸੀ ਚੀਜ਼, ਚਾਹੇ ਉਹ ਮੈਡੀਸਨ ਹੈ, ਚਾਹੇ ਉਹ ਐਨਰਜੀ ਡਰਿੰਕਸ ਨੇ, ਜਿਹੜੀ ਆਰਟੀਫਿਸ਼ਲੀ ਬਾਡੀ ਨੂੰ ਸਟਿਮੂਲੇਟ ਕਰਦੀ ਹੈ, ਉਹ ਅਲਟੀਮੇਟਲੀ ਜਿਹੜਾ ਹੈ ਤੁਹਾਡੇ ਬਾਡੀ ਦਾ ਕੋਈ ਨਾ ਕੋਈ ਸਾਈਡ ਇਫੈਕਟ ਹੁੰਦਾ ਹੈ। ਤੁਸੀਂ ਬੈਲੈਂਸਡ ਖਾਣਾ ਨਹੀਂ ਖਾਂਦੇ, ਲੰਚ ਨੂੰ ਠੀਕ ਟਾਈਮ 'ਤੇ ਨਾ ਖਾਣਾ, ਬ੍ਰੇਕਫਾਸਟ ਨੂੰ ਠੀਕ ਟਾਈਮ 'ਤੇ ਨਾ ਖਾਣਾ, ਵੀ ਜਦੋਂ ਤੁਹਾਡੀ ਡਿਊਟੀ ਹੈ ਖਤਮ ਹੋਈ ਹੈ, ਜੇ 4 ਵਜੇ ਤਾਂ 4 ਵਜੇ ਲੰਚ ਕਰ ਰਹੇ ਹੋ, ਰਾਤ ਦਾ ਖਾਣਾ 11 ਵਜੇ ਖਾ ਰਹੇ ਹੋ, ਇਹ ਸਾਰੇ ਉਹ ਕਾਰਨ ਨੇ ਜਿਹੜੇ ਅਸੀਂ ਲਿਵਰ 'ਤੇ ਬੋਝ ਪਾਉਂਦੇ ਹਾਂ, ਉਹ 'ਤੇ ਬਰਡਨ ਪਾਉਂਦੇ ਹਾਂ। ਕੋਈ ਵੀ ਇੰਬੈਲੈਂਸ ਹੈ ਲਿਵਰ ਦੇ ਵਿੱਚ, ਮੈਂ ਧਿਆਨ ਨਾਲ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਕੁਟਕੀ ਮੈਂ ਕਈ ਵਾਰ ਦੱਸਦਾ, ਵੈਸੇ ਸਿੰਗਲ ਹਰਬ ਹੈ, ਇਹਨੂੰ ਤੁਸੀਂ ਅੱਧਾ ਚਮਚ ਸਵੇਰੇ, ਅੱਧਾ ਚਮਚ ਸ਼ਾਮ ਨੂੰ ਰੈਗੂਲਰ ਲੈਣਾ ਸ਼ੁਰੂ ਕਰ ਦਿਓ। ਇਕੱਲਾ ਲਿਵਰ ਨੂੰ ਨਹੀਂ ਠੀਕ ਕਰੇਗਾ, ਕਿੰਨੇ ਫਾਇਦੇ ਨੇ। ਆ ਯੰਗ ਲੜਕੀਆਂ ਦੇ ਐਕਨੇ, ਫੇਸ 'ਤੇ ਫੋੜੇ ਫਿੰਸੀਆਂ ਬਣ ਜਾਂਦੇ ਨੇਗੇ, ਹੇਅਰ ਫਾਲ ਹੁੰਦੇ ਨੇਗੇ, ਚਿਹਰੇ ਦਾ ਗਲੋ ਖਤਮ ਹੋ ਜਾਂਦਾ ਹੈਗਾ, ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈਗਾ। ਕੱਲੀ ਹਰਬ ਜਿਹੜੀ ਹੈ ਕੁਟਕੀ ਦੀ, ਇਹ ਬਿਲਕੁਲ ਠੀਕ ਕਰ ਦੇਗੀ। ਕਾਲਮੇ, ਕੁਟਕੀ, ਭੂਮੀ ਆਮਲਾ, ਇਹ ਡਰੱਗ ਆਫ ਚੋਇਸ ਨੇ ਲਿਵਰ ਵਾਸਤੇ। ਚਾਹੇ ਫੈਟੀ ਲਿਵਰ ਹੈ, SGOT, SGPT, ਹੀਮੋਗਲੋਬਿਨ, ਬਿਲੀਰੂਬਿਨ ਵੱਧ ਗਿਆ, ਡਰੱਗ ਆਫ ਚੋਇਸ। ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੀ ਜਦੋਂ ਤੁਸੀਂ ਖਾਣਾ ਅੰਤਰ ਧਿਆਨ, ਯਥੋਸ਼ਿਤ ਆਯੁਰਵੇਦ ਵਰਡ ਹੈ ਜੀ, ਜਦੋਂ ਸੂਰਿਆ ਉਦੇ ਹੁੰਦਾ ਉਧਰ ਫੇਸ ਕਰਕੇ ਬੈਠੋ, ਔਰ ਸਭ ਤੋਂ ਪਹਿਲਾਂ ਉਸ ਦਾ ਥੈਂਕਸ ਕਰੋ ਜਿਸ ਨੇ ਸਾਨੂੰ ਭੋਜਨ ਦਿੱਤਾ ਹੈਗਾ ਜੀ, ਔਰ ਉਹਦੇ ਨਾਲ ਇਹ ਵੀ ਅਰਦਾਸ ਕਰੋ, ਚਾਹੇ ਉਹਦੇ ਮਨ ਅੰਦਰ ਕਰੋ ਵੀ ਹੇ ਪ੍ਰਮਾਤਮਾ ਇਹ ਸਭ ਨੂੰ ਦੇਈਂ। ਇਹਦੇ ਨਾਲ ਤੁਹਾਡੇ ਅੰਦਰ ਇੱਕ ਐਸੀ ਤਾਰ ਛੱਡਦੀ ਹੈ ਕਿ ਤੁਸੀਂ ਬਹੁਤ ਹਲਕੇ ਹੋ ਕੇ ਇੱਕ ਪੋਜ਼ਿਟਿਵ ਵੇਵਜ਼ ਲੈ ਕੇ, ਇੱਕ ਪੋਜ਼ਿਟਿਵ ਮਨ ਲੈ ਕੇ ਉਹ ਖਾਣੇ ਨੂੰ ਖਾਓਗੇ, ਤੁਹਾਨੂੰ ਆਰਾਮ ਨਾਲ ਡਾਈਜੈਸਟ ਹੋਏਗਾ, ਤੁਹਾਡਾ ਕਦੇ ਲਿਵਰ ਫੈਟੀ ਨਹੀਂ ਹੋਏਗਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਹੈ। ਸੋ ਜਿਵੇਂ ਕਿ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਅਸੀਂ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਕਰਦੇ ਹਾਂ, ਅੱਜ ਵੀ ਕਰਾਂਗੇ। ਅੱਜ ਅਸੀਂ ਖਾਸ ਤੌਰ ਦੇ ਉੱਤੇ ਗੱਲ ਕਰਨ ਲੱਗੇ ਹਾਂ ਫੈਟੀ ਲੀਵਰ ਬਾਰੇ। ਫੈਟੀ ਲੀਵਰ ਦੀ ਸਮੱਸਿਆ ਬਾਰੇ ਤਾਂ ਹਰ ਕੋਈ ਜਾਣਦਾ ਹੈ, ਪਰ ਜ਼ਿਆਦਾਤਰ ਲੋਕ ਇਹ ਜਾਣਦੇ ਨੇ ਕਿ ਜੇ ਜ਼ਿਆਦਾ ਸ਼ਰਾਬ ਪੀਂਦੇ ਹੋ ਤਾਂ ਉਸ ਦੇ ਨਾਲ ਫੈਟੀ ਲੀਵਰ ਹੋ ਜਾਂਦਾ। ਪਰ ਜਦੋਂ ਕੋਈ ਵਿਅਕਤੀ ਸ਼ਰਾਬ ਵੀ ਨਾ ਪੀਂਦਾ ਹੋਵੇ ਤੇ ਉਹਨੂੰ ਫੈਟੀ ਲੀਵਰ ਦੀ ਸ਼ਿਕਾਇਤ ਹੋ ਜੇ ਤਾਂ ਕਈ ਵਾਰ ਉਹ ਹੈਰਾਨ ਵੀ ਹੋ ਜਾਂਦੇ ਕਿ ਆਪਾਂ ਤਾਂ ਕਦੀ ਸ਼ਰਾਬ ਨੂੰ ਹੱਥ ਵੀ ਨਹੀਂ ਲਗਾਇਆ ਤੇ ਉਸ ਤੋਂ ਬਾਅਦ ਵੀ ਫੈਟੀ ਲੀਵਰ ਹੋ ਗਿਆ। ਸੋ ਕਈ ਹੋਰ ਵੀ ਕਾਰਨ ਹੋ ਸਕਦੇ ਨੇ, ਪਰ ਘਬਰਾਉਣ ਦੀ ਲੋੜ ਨਹੀਂ ਹੈਗੀ, ਇਹ ਠੀਕ ਹੋ ਸਕਦੇ ਨੇ ਆਯੁਰਵੇਦ ਦੀ ਮਦਦ ਦੇ ਨਾਲ। ਸੋ ਆਯੁਰਵੇਦ ਕਿਸ ਤਰੀਕੇ ਦੇ ਨਾਲ ਇਸ ਨੂੰ ਠੀਕ ਕਰਦਾ ਹੈ, ਇਸ ਬਿਮਾਰੀ ਨੂੰ ਜੜੋਂ ਖਤਮ ਕਰਦਾ ਹੈ, ਤੁਹਾਡੀ ਬਾਡੀ ਦੇ ਵਿੱਚ ਇੱਕ ਬੈਲੈਂਸ ਨੂੰ ਕ੍ਰੀਏਟ ਕਰਦਾ ਹੈ, ਉਸ ਦੇ ਬਾਰੇ ਅੱਜ ਜਾਣਾਂਗੇ। ਸਾਡੇ ਨਾਲ ਮੌਜੂਦ ਹੋਣਗੇ ਸਟੂਡੀਓ ਦੇ ਵਿੱਚ ਚੰਡੀਗੜ੍ਹ ਆਯੁਰਵੈਦ ਐਂਡ ਪੰਚਕਰਮਾ ਸੈਂਟਰ ਦੇ MD ਅਤੇ ਸਟੇਟ ਆਵਾਦੀ ਵੈਦ ਜਗਜੀਤ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਔਰ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਸਰ, ਚੰਗਾ ਲੱਗਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਜਾਣਕਾਰੀ ਤੇ ਦਿੰਦੇ ਹੋ, ਉਹਦੇ ਨਾਲ ਨਾ ਲੋਕਾਂ ਦੇ ਮਿਥਸ ਕਲੀਅਰ ਕਰਦੇ ਹੋ। ਅਸੀਂ ਨਾ ਦੇਖਦੇ ਹਾਂ ਕਿ ਇੰਟਰਨੈਟ ਦੇ ਉੱਤੇ ਬੜੀ ਜਾਣਕਾਰੀ ਉਪਲਬਧ ਹੈ ਅੱਜ ਕੱਲ੍ਹ, ਬਟ ਉਹ ਕਈ ਵਾਰੀ ਕਨਫਿਊਜ਼ਨ ਵੀ ਪੈਦਾ ਕਰਦੀ ਹੈ। ਲੋਕ ਕਨਫਿਊਜ਼ ਹੋ ਜਾਂਦੇ ਆ ਕਿ ਕਰੈਕਟ ਚੀਜ਼ ਕੀ ਹੈ, ਸਹੀ ਚੀਜ਼ ਕੀ ਹੈ। ਸੋ ਇਸ ਲਈ ਸ਼ਾਇਦ ਲੋੜ ਪੈਂਦੀ ਹੈ ਕਿ ਕਿਸੇ ਵੈਦਿਆ ਦੇ ਕੋਲ ਪਹੁੰਚਿਆ ਜਾਵੇ, ਉਹਨਾਂ ਤੋਂ ਹੀ ਜਾਣਕਾਰੀ ਲਈ ਜਾਵੇ। ਸੋ ਅੱਜ ਤੁਹਾਡੇ ਕੋਲ ਹੈਗੇ ਆ ਫੈਟੀ ਲੀਵਰ ਬਾਰੇ ਮੈਂ ਜਾਣਨਾ ਚਾਹਾਂਗਾ, ਔਰ ਚਾਹਾਂਗਾ ਕਿ ਦਰਸ਼ਕ ਵੀ ਜਾਣਨ। ਆਮ ਤੌਰ ਦੇ ਉੱਤੇ ਇਹ ਧਾਰਨਾ ਬਣ ਗਈ ਹੈ ਕਿ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਉਹਨਾਂ ਦਾ ਹੀ ਫੈਟੀ ਲੀਵਰ ਹੁੰਦਾ, ਪਰ ਜਦੋਂ ਕਿਸੇ ਹੋਰ ਨੂੰ ਇਹ ਦਿੱਕਤ ਹੁੰਦੀ ਹੈ ਤਾਂ ਬੜੇ ਹੈਰਾਨ ਵੀ ਹੋ ਜਾਂਦੇ, ਪਰੇਸ਼ਾਨ ਵੀ ਹੋ ਜਾਂਦੇ ਆ ਕਿ ਹੁਣ ਕੀ ਕੀਤਾ ਜਾਵੇ। ਸੋ ਫੈਟੀ ਲੀਵਰ ਅਸਲ ਦੇ ਵਿੱਚ ਹੈ ਕੀ ਹੈ ਤੇ ਹੁੰਦਾ ਕਿਵੇਂ ਹੈ? ਬਹੁਤ ਅੱਛਾ ਕੁਐਸਚਨ ਹੈ ਤੁਹਾਡਾ, ਔਰ ਇਹ ਟੌਪਿਕ ਬੜਾ ਅੱਛਾ ਹੈਗਾ ਜੀ। ਮੈਂ ਵੀ ਚਾਹੁੰਦਾ ਸੀਗਾ ਕਿ ਦਰਸ਼ਕਾਂ ਨੂੰ ਆਪਾਂ ਜਿੰਨੀ ਜਾਣਕਾਰੀ ਹੈ ਉਹ ਦਿੱਤੀ ਜਾਵੇ। ਤੁਸੀਂ ਅਕਸਰ ਸੁਣਿਆ ਹੋਣਾ ਜੀ ਡਾਕਟਰਸ ਕੋਲੋਂ ਵੀ ਔਰ ਪੇਸ਼ੈਂਟਾਂ ਕੋਲੋਂ ਵੀ ਕਿ ਮੈਨੂੰ ਫੈਟੀ ਲਿਵਰ ਹੈ, ਜਾਂ ਮੰਨ ਲਓ ਲਿਵਰ ਦੇ ਵਿੱਚ ਕੋਈ ਪ੍ਰੋਬਲਮ ਹੋ ਜਾਵੇ, ਐਨਲਾਰਜ ਹੋ ਜਾਵੇ, ਸੋਰਾਇਸਿਸ ਹੋ ਜਾਵੇ ਜੀ, ਤਾਂ ਡਾਕਟਰ ਕਹਿੰਦੇ ਤੁਹਾਨੂੰ ਜਿਹੜਾ ਸਾਡਾ ਲਿਵਰ ਆ ਫੈਟੀ ਹੋ ਗਿਆ। ਜਾਂ ਕੋਈ ਸਕੈਨ ਕਰਾਉਂਦਾ ਹੈਗਾ, ਉਹਦੇ ਵਿੱਚ ਵੀ ਲਿਵਰ ਫੈਟੀ ਗ੍ਰੇਡ 1 ਗ੍ਰੇਡ 2 ਆਉਂਦਾ ਹੈਗਾ ਜੀ। ਪਹਿਲੀ ਗੱਲ ਤਾਂ ਆਪਾਂ ਨੂੰ ਇਹ ਦੇਖਣਾ ਜ਼ਰੂਰੀ ਹੈ ਵੀ ਇਹ ਔਰਗਨ ਹੈ ਕੀ, ਕਿੱਥੇ ਪਿਆ ਹੈ, ਇਹਦੇ ਫੰਕਸ਼ਨ ਕੀ ਨੇ।
ਜੀ ਤਾਂ ਹੀ ਆਪਾਂ ਉਹਦੇ ਵਿੱਚ ਕੋਈ ਅਬਨੋਰਮੈਲਿਟੀ ਜੇ ਆਉਂਦੀ ਹੈ, ਪਹਿਲਾਂ ਆਪਾਂ ਨੋਰਮੈਲਿਟੀ ਦੀਆਂ ਗੱਲਾਂ ਤਾਂ ਕਰੀਏ ਨਾ, ਵੀ ਨੋਰਮਲੀ ਉਹਦੇ ਫੰਕਸ਼ਨ ਕੀ ਨੇਗੇ। ਲਿਵਰ ਆਪਣਾ ਇਸ ਤਰ੍ਹਾਂ ਦਾ ਇੱਕ ਇੰਟਰਨਲ ਗਲੈਂਡ ਹੈ ਜਿਹੜਾ ਕਿ ਸਾਡੀ ਮੈਟਾਬੋਲਿਜ਼ਮ ਦਾ ਮੇਨ ਸੈਂਟਰ ਹੈਗਾ। ਅੱਛਾ। ਇਹ ਇਸ ਤਰ੍ਹਾਂ ਦੀਆਂ ਆਰਗਨ ਹੈ ਜਿਹੜੇ ਕਿ ਡਿਫਰੈਂਟ ਤਰ੍ਹਾਂ ਦੇ ਸਿਕਰੇਟਸ ਜਿਹੜੇ ਨੇਗੇ ਉਹ ਪ੍ਰੋਡਿਊਸ ਕਰਦਾ ਹੈਗਾ, ਐਂਜ਼ਾਈਮ ਪ੍ਰੋਡਿਊਸ ਕਰਦਾ ਹੈਗਾ ਜੀ। ਸਾਡੇ ਖਾਣੇ ਨੂੰ ਡਾਈਜੈਸਟ ਕਰਨ ਵਾਸਤੇ। ਔਰ ਕਈ ਵਾਰ ਆਪਾਂ ਕਹਿੰਦੇ ਨੇ ਵੀ ਇਹ ਤਾਂ ਕਿਚਨ ਹੈ ਸਾਡੀ, ਸਾਡੇ ਬਾਡੀ ਦੀ। ਸ਼ੇਖਰ ਜੀ, ਸਾਡੀ ਇਹ ਬਾਡੀ ਕਾਇਆ ਪਰਮਾਤਮਾ ਨੇ ਇਸ ਤਰ੍ਹਾਂ ਦੀ ਬਣਾਈ ਹੈ ਜੀ ਕਿ ਜਦੋਂ ਅਸੀਂ ਸੁੱਤੇ ਵੀ ਹੁੰਦੇ ਹਾਂ ਜਾਂ ਅਸੀਂ ਮੈਂਟਲੀ ਫਿਜ਼ੀਕਲੀ ਕਿਤੇ ਬਹੁਤ ਵਰਕ 'ਚ ਵੀ ਹੁੰਦੇ ਹਾਂ ਜੀ, ਤਾਂ ਵੀ ਸਾਡੇ ਸਾਰੇ ਆਰਗਨ ਜਿਹੜੇ ਨੇਗੇ ਉਹ ਆਪਣਾ ਆਪਣਾ ਫੰਕਸ਼ਨ ਕਰਦੇ ਰਹਿੰਦੇ ਨੇ। ਸਾਡੇ ਖਾਣੇ ਨੂੰ ਠੀਕ ਪਚਾਉਣਾ, ਉਹਨੂੰ ਪਚਾਉਣ ਵਾਸਤੇ ਜੂਸਿਸ ਪ੍ਰੋਡਿਊਸ ਕਰਨੇ ਜੀ, ਮੈਟਾਬੋਲਿਜ਼ਮ ਨੂੰ ਦੇ ਬੇਸਡ ਸਾਰਿਆਂ ਨੂੰ ਕਿਵੇਂ ਬੈਲੈਂਸ ਕਿਵੇਂ ਰੱਖਣਾ, ਉਹ ਸਾਡੇ ਲਿਵਰ ਦਾ ਕੰਮ ਹੈਗਾ ਜੀ। ਬਹੁਤ ਸਾਰੀਆਂ ਐਸੀਆਂ ਪ੍ਰੋਬਲਮ ਨੇਗੀਆਂ ਜਿਹੜੀਆਂ ਕਿ ਨਾ ਆਮ ਦਰਸ਼ਕ ਜਾਂ ਆਮ ਡਾਕਟਰ ਵੀ ਨਹੀਂ ਸੋਚਦਾ ਵੀ ਇਹ ਲਿਵਰ ਦੀ ਇੰਬੈਲੈਂਸ ਕਰਕੇ ਜਾਂ ਲਿਵਰ ਦੀ ਖਰਾਬੀ ਕਰਕੇ ਇਹ ਪ੍ਰੋਬਲਮ ਕ੍ਰੀਏਟ ਹੁੰਦੀਆਂ ਨੇ। ਮੇਰੇ ਜਿਵੇਂ ਤੁਹਾਡੇ ਨਾਲ ਗੱਲ ਕਰਦੇ ਕਰਦੇ ਯਾਦ ਆਇਆ ਵੀ ਲੜਕੀਆਂ 'ਚ ਖਾਸ ਤੌਰ 'ਤੇ ਹੇਅਰ ਫਾਲ ਦੀ ਬਹੁਤ ਸਮੱਸਿਆ ਹੁੰਦੀ ਹੈ ਜੀ। ਲੇਕਿਨ ਮੇਰਾ ਆਪਦਾ ਐਕਸਪੀਰੀਅੰਸ ਹੈ ਕਿ ਹੇਅਰ ਫੋਲੀਕਲਸ ਇਸ ਕਰਕੇ ਵੀਕ ਜ਼ਿਆਦਾ ਹੁੰਦੇ ਨੇ ਜਿਨ੍ਹਾਂ ਦਾ ਲਿਵਰ ਵੀਕ ਹੁੰਦਾ ਹੈਗਾ। ਅੱਛਾ। ਜਾਂ ਲਿਵਰ ਦੇ ਜਿਹੜੇ ਐਂਜ਼ਾਈਮ ਕਨੈਕਸ਼ਨ ਜਿਹੜਾ ਲਿਵਰ ਦੇ ਨਾਲ, ਬਾਡੀ ਦਾ ਹਰੇਕ ਆਰਗਨ ਦਾ ਕਨੈਕਸ਼ਨ ਸਾਡੀ ਬਾਡੀ ਦੇ ਨਾਲ ਹੈ। ਇਹ ਇੰਟਰਕਨੈਕਟਡ ਮਤਲਬ, ਪਰ ਇਹ ਡਾਇਰੈਕਟਲੀ ਕਨੈਕਸ਼ਨ ਹੈ। ਅੱਛਾ ਆਯੁਰਵੇਦ ਦੀ ਭਾਸ਼ਾ 'ਚ ਵਾਤ ਪਿੱਤ ਕਫ ਦੀ ਆਪਾਂ ਗੱਲ ਕਰਦੇ ਹਾਂ ਜੀ। ਜਿਹੜਾ ਫਾਇਰ ਐਲੀਮੈਂਟ ਹੈ ਉਹ ਪਿੱਤ ਦਾ ਸਥਾਨ ਮੇਨ ਲਿਵਰ ਹੈ। ਓਕੇ। ਲੋਕਾਂ ਨੂੰ ਸਕਿਨ ਡਿਜ਼ੀਜ਼ ਹੁੰਦੀ ਹੈ, ਆਰਟੀਕੇਰੀਆ ਤੋਂ ਲੈ ਕੇ ਸੋਰਾਇਸਿਸ ਤੋਂ ਲੈ ਕੇ ਜੀ, ਹੇਅਰ ਫਾਲ ਤੋਂ ਲੈ ਕੇ ਇਹ ਜਿੰਨੀਆਂ ਵੀ ਗਰਮੀ ਨਾਲ ਰਿਲੇਟਡ ਪ੍ਰੋਬਲਮ ਨੇਗੀਆਂ ਉਹਨਾਂ ਦਾ ਸਥਾਨ ਲਿਵਰ ਹੈ ਜੀ। ਉਹ ਠੀਕ ਹੈ, ਹੁਣ ਜਿੱਥੇ ਐਕਸਪੋਜ਼ਰ ਮਿਲਦਾ ਸਕਿਨ ਦੇ ਉੱਪਰ ਉੱਥੇ ਚੀਜ਼ਾਂ ਕ੍ਰੀਏਟ ਹੁੰਦੀਆਂ ਨੇ। ਬਿਲਕੁਲ। ਕਹਿਣ ਦਾ ਮਤਲਬ ਇਹ ਹੈ ਵੀ ਜੇ ਅਸੀਂ ਵਾਈਲ ਨੂੰ ਬੈਲੈਂਸ ਕਰ ਲਾਂਗੇ, ਲਿਵਰ ਦੇ ਵਿੱਚ ਜਿਹੜਾ ਵਾਈਲ ਸੈਗਮੈਂਟ ਜ਼ਿਆਦਾ ਹੋਇਆ ਹੈਗਾ ਉਹਨੂੰ ਅਸੀਂ ਬੈਲੈਂਸ ਕਰ ਲਾਂਗੇ ਜੀ, ਤਾਂ ਉਹਦੇ ਨਾਲ ਉਹਦੇ ਕਾਰਨ ਜਿਹੜੀਆਂ ਪ੍ਰੋਬਲਮ ਕ੍ਰੀਏਟ ਬਾਡੀ ਤੇ ਹੁੰਦੀਆਂ ਨੇਗੀਆਂ ਉਹ ਆਰਾਮ ਨਾਲ ਠੀਕ ਹੋ ਸਕਦੀਆਂ ਨੇ। ਰਾਈਟ। ਆਪਾਂ ਇੱਕ ਗੱਲ ਬਾਰ-ਬਾਰ ਜ਼ਿਕਰ ਕਰਦੇ ਹੁੰਦੇ ਹਾਂ ਵੀ ਜਦ ਤੱਕ ਅਸੀਂ ਪ੍ਰਕਿਰਤੀ ਨੂੰ ਐਨਾਲਾਈਜ਼ ਨਹੀਂ ਕਰਾਂਗੇ, ਜੋ DNA ਅਸੀਂ ਲੈ ਕੇ ਆਏਆਂਗੇ ਉਸ ਦੇ ਫਰੈਂਡਲੀ ਅਸੀਂ ਚਿਕਿਤਸਾ ਦਾ ਰੰਗ ਰੂਪ ਨਹੀਂ ਰੱਖਾਂਗੇ, ਉਹਦਾ ਪ੍ਰੋਟੋਕੋਲ ਉਹ ਨਹੀਂ ਰੱਖਾਂਗੇ, ਤਾਂ ਕਦੇ ਵੀ ਅੱਛੀ ਚਿਕਿਤਸਾ ਨਹੀਂ ਕਰ ਸਕਾਂਗੇ ਜੀ, ਜਾਂ ਪੇਸ਼ੈਂਟ ਨੂੰ ਆਰਾਮ ਨਹੀਂ ਆ ਸਕਦਾ। ਰਾਈਟ। ਇੱਕ ਬੰਦਾ ਪ੍ਰਕਿਰਤੀ ਦੇ ਵਿੱਚ ਪਿੱਤ ਲੈ ਕੇ ਪੈਦਾ ਹੋਇਆ, ਗਰਮੀ ਲੈ ਕੇ ਪੈਦਾ ਹੋਇਆ, ਫਾਇਰ ਐਲੀਮੈਂਟ ਉਹ ਜ਼ਿਆਦਾ ਹੈ। ਅਗਰ ਉਹਨੂੰ ਗਰਮੀ ਜ਼ਿਆਦਾ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਵੇ, ਫਾਇਰ ਐਲੀਮੈਂਟ ਵਧਣਾ ਸ਼ੁਰੂ ਹੋ ਜਾਵੇ, ਉਹ ਜ਼ਿਆਦਾ ਡੇਂਜਰਸ ਹੁੰਦਾ ਹੈ। ਤੁਸੀਂ ਵਿੱਚ ਕੁਐਸਚਨ ਕਰਿਆ ਸੀ ਵੀ ਜੀ ਇਹ ਅਕਸਰ ਸੁਣਿਆ ਜਾਂਦਾ ਅਲਕੋਹਲ ਵਾਲੀ ਗੱਲ, ਇਹ ਗੱਲ ਥੋੜ੍ਹੀ ਬਿਲਕੁਲ ਠੀਕ ਹੈ। ਕਹਿੰਦੇ ਸੀ ਜੀ ਜੇ ਉਹਦਾ ਜਿਗਰ ਖਰਾਬ ਹੋ ਗਿਆ, ਲਿਵਰ ਖਰਾਬ ਹੋ ਗਿਆ, ਉਹ ਸ਼ਰਾਬ ਬਹੁਤ ਪੀਂਦਾ ਹੋਏਗਾ। ਕੋਈ ਜ਼ਰੂਰੀ ਨਹੀਂ ਹੈ। ਨੋ ਡਾਊਟ ਕਿ ਜਿੰਨੇ ਵੀ ਟੌਕਸਿਕ ਨੇ, ਇਕੱਲਾ ਸ਼ਰਾਬ ਹੀ ਨਹੀਂ, ਜੋ ਅੱਜ ਕੱਲ੍ਹ ਹੋਰ ਨਸ਼ੇ ਚੱਲੇ ਨੇ ਜਿਹੜੇ ਬਾਡੀ ਵਿੱਚ ਫਾਇਰ ਐਲੀਮੈਂਟ ਜਾਂ ਟੈਂਪਰੇਰੀ ਸਟਿਮੂਲੇਸ਼ਨ ਲੈ ਕੇ ਆਉਂਦੇ ਨੇ, ਉਹ ਸਾਡੇ ਲਿਵਰ 'ਤੇ ਡਾਇਰੈਕਟਲੀ ਇਫੈਕਟ ਕਰਦੇ ਨੇ। ਤਾਂ ਇਸ ਤੋਂ ਮੈਨੂੰ ਇੱਕਦਮ ਯਾਦ ਆਇਆ, ਖੈਰ ਅਸੀਂ ਕਿਸੇ ਸਪੈਸੀਫਿਕ ਚੀਜ਼ ਦੀ ਨਹੀਂ ਗੱਲ ਕਰਦੇ, ਬਟ ਐਨਰਜੀ ਡਰਿੰਕਸ ਵੀ ਅੱਜ ਕੱਲ੍ਹ ਬੜੀਆਂ ਜਿਹੜੀਆਂ ਉਹ ਵੀ ਇੱਕਦਮ ਤੁਹਾਨੂੰ ਬੂਸਟ ਅਪ ਕਰਦੀਆਂ ਨੇ, ਕੀ ਉਹ ਵੀ ਨੁਕਸਾਨ ਪਹੁੰਚਾਉਂਦੀਆਂ ਨੇ ਲੀਵਰ ਨੂੰ? ਮੈਂ ਦੱਸਦਾ ਤੁਹਾਨੂੰ, ਕੋਈ ਵੀ ਐਸੀ ਚੀਜ਼ ਚਾਹੇ ਉਹ ਮੈਡੀਸਨ ਹੈ, ਚਾਹੇ ਉਹ ਐਨਰਜੀ ਡਰਿੰਕਸ ਨੇ, ਜਿਹੜੀ ਆਰਟੀਫਿਸ਼ਲੀ ਬਾਡੀ ਨੂੰ ਸਟਿਮੂਲੇਟ ਕਰਦੀ ਹੈ, ਉਹ ਅਲਟੀਮੇਟਲੀ ਜਿਹੜਾ ਹੈ ਤੁਹਾਡੇ ਬਾਡੀ ਦਾ ਕੋਈ ਸਾਈਡ ਇਫੈਕਟ ਹੁੰਦਾ ਹੈ। ਰਾਈਟ। ਹੋਰ ਅੱਛੇ ਤੇ ਸਮਝਾਉਣਾ ਤੁਹਾਨੂੰ ਮੈਂ। ਆਪਣੀਆਂ ਲਾਈਫ ਸੇਵਿੰਗ ਡਰੱਗਸ ਨੇ, ਐਮਰਜੈਂਸੀ ਮੈਡੀਸਿਨਸ ਨੇ ਜੀ, ਉਹ ਆਰਟੀਫਿਸ਼ਲੀ ਬਾਡੀ ਸਟਿਮੂਲੇਸ਼ਨ ਜਾਂ ਪ੍ਰੋਟੈਕਸ਼ਨ ਪੈਦਾ ਕਰਦੀਆਂ ਨੇ, ਲੇਕਿਨ ਉਹ ਮੈਡੀਸਨ ਨੇ। ਅਸੀਂ ਉਹਨਾਂ ਬਾਰੇ ਵੀ ਇਹੀ ਗੱਲ ਕਹਿੰਦੇ ਹੁੰਦੇ ਹਾਂ ਵੀ ਉਹ ਲਿਮਟਿਡ ਘੱਟ ਮਾਤਰਾ 'ਚ ਡਾਕਟਰ ਦੀ ਯੋਗ ਅਗਵਾਈ ਦੇ ਹੇਠ ਹੀ ਯੂਜ਼ ਕਰਨੀਆਂ ਚਾਹੀਦੀਆਂ ਨੇ। ਲੇਕਿਨ ਜੇ ਅਸੀਂ ਦਵਾਈਆਂ ਤੋਂ ਬਿਨਾਂ ਅਸੀਂ ਇਹ ਚੀਜ਼ਾਂ ਲੈਂਦੇ ਹਾਂ ਜਿਹੜੀਆਂ ਕਿ ਆਰਟੀਫਿਸ਼ਲੀ ਸਾਡੀ ਬਾਡੀ ਨੂੰ 'ਤੇ ਕੋਈ ਇਫੈਕਟ ਕਰਦੀਆਂ ਨੇ, ਤਾਂ ਉਹਨਾਂ ਦਾ ਸਾਈਡ ਇਫੈਕਟ ਵੀ ਹੋਏਗਾ ਹੀ ਹੋਏਗਾ।
ਸਿੱਕੇ ਦੋਨੋਂ ਪਹਿਲੂ ਹੋਣਗੇ। ਮਤਲਬ ਇਹ ਗੱਲ ਸਮਝਣ ਵਾਲੀ ਹੈ, ਇਸ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਔਰ ਡਾਇਰੈਕਟਲੀ ਲੀਵਰ ਨੂੰ ਤਾਂ ਪਏਗਾ ਹੀ ਪਏਗਾ ਪਹਿਲਾਂ। ਮੈਂ ਤੁਹਾਨੂੰ ਦੱਸਦਾ, ਮੈਂ ਇਹ ਅਕਸਰ ਆਪਣੇ ਸਰੋਤਿਆਂ ਨੂੰ ਵੀ ਕਹਿਣਾ ਹੁੰਦਾ, ਜੀ ਕੋਈ ਵੀ ਪ੍ਰੋਟੀਨ ਜਾਂ ਕੋਈ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਆਰਟੀਫਿਸ਼ਲੀ ਲੱਗਣ ਥੋੜ੍ਹੇ ਟਾਈਮ ਲਈ। ਹੁਣ ਕਈ ਪੇਸ਼ੈਂਟ ਕਹਿੰਦੇ ਨੇ ਸਾਨੂੰ ਡਾਕਟਰ ਨੇ ਐਡਵਾਈਸ ਕਰਿਆ ਹੈ ਵੀ ਸਾਡਾ ਬਲੱਡ ਬਹੁਤ ਬਹਿ ਗਿਆ, ਜਾਂ ਅਸੀਂ ਵੀਕ ਹੋ ਗਏ, ਜਾਂ ਅਸੀਂ ਆਪਰੇਸ਼ਨ ਕਰਵਾਇਆ, ਤਾਂ ਸਾਨੂੰ ਇਹ ਨੌਨ ਵੈਜ ਜਾਂ ਸਾਨੂੰ ਇਹ ਫੈਟ ਜਾਂ ਇਹ ਸਾਨੂੰ ਕਿੱਥੋਂ ਲਵਾਂਗੇ। ਹੋਰ ਅਸੀਂ ਬਹੁਤ ਕੁਛ ਹੈ, ਇਹ ਨੇਚਰ ਨੇ ਸਾਨੂੰ ਦਿੱਤਾ, ਬਹੁਤ ਕੁਛ ਹੋਇਆ। ਨੇਚਰ ਦੇ ਦਿੱਤੇ ਹੋਏ ਮੁਤਾਬਕ ਤੁਸੀਂ ਵੈਜੀਟੇਰੀਅਨ ਫੂਡ ਦੇ ਵਿੱਚੋਂ ਵੀ ਜੋ ਤੁਹਾਡੇ ਬਾਡੀ 'ਚ ਡੈਫੀਸ਼ੀਐਂਸੀਜ਼ ਹੋਈਆਂ ਨੇ, ਕਿਸੇ ਆਪਰੇਸ਼ਨ ਕਰਕੇ, ਕਿਸੇ ਡਿਜ਼ੀਜ਼ ਕਰਕੇ, ਕਿਸੇ ਲੰਬਾ ਟਾਈਮ ਮੈਡੀਸਨ ਲੈਣ ਕਰਕੇ, ਤੁਸੀਂ ਉਹਨਾਂ ਨੂੰ ਵੀ ਪੂਰਾ ਕਰ ਸਕਦੇ ਹੋ, ਬਜਾਏ ਕਿ ਤੁਸੀਂ ਇਹ ਆਰਟੀਫੀਸ਼ੀਅਲ ਚੀਜ਼ਾਂ ਲੈ ਕੇ ਆਪਦੇ ਲਿਵਰ ਨੂੰ ਡੈਮੇਜ ਕਰੋ ਜਾਂ ਲਿਵਰ ਦੀ ਕੈਪੈਸਿਟੀ ਨੂੰ ਡਿਸਟਰਬ ਕਰੋ। ਅੱਛਾ ਵੈਦ ਸਾਹਿਬ, ਮੈਂ ਜਿਵੇਂ ਤੁਸੀਂ ਵਾਤ ਪਿੱਤ ਕਫ ਦੀ ਗੱਲ ਕਰਦੇ ਹੋ ਕਿ ਹੁਣ ਜਿਹੜਾ ਪਿੱਤ ਨੇਚਰ ਲੈ ਕੇ ਪੈਦਾ ਹੋਇਆ ਹੈ, ਉਹ ਬੰਦੇ ਨੂੰ ਜ਼ਿਆਦਾ ਦਿੱਕਤ ਹੋ ਸਕਦੀ ਹੈ ਉਸਦੇ, ਹੈ ਨਾ, ਲੀਵਰ ਦੇ ਵਿੱਚ। ਬਟ ਇਹ ਪਤਾ ਹੀ ਕਿਵੇਂ ਚੱਲੇਗਾ? ਉਹ ਮਤਲਬ ਇੱਕ ਆਮ ਇਨਸਾਨ ਦੇ ਕੋਲੇ ਕੀ ਪਹਿਚਾਣ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਪਹਿਚਾਨੇ ਕਿ ਉਹ ਕਿਹੜੀ ਪ੍ਰਕਿਰਤੀ ਦੇ ਨਾਲ ਪੈਦਾ ਹੋਇਆ? ਇਹ ਵੈਸੇ ਜਿਹੜਾ ਸਵਾਲ ਹੈ ਨਾ, ਇੱਕ ਅੱਛਾ ਆਯੁਰਵੈਦਿਸਟ ਜਿਹਨੇ 6 ਸਾਲ ਪੜ੍ਹਾਈ ਕਰੀ ਹੈ, ਇੰਸਟੀਟਿਊਸ਼ਨਲੀ ਕੁਆਲੀਫਾਈਡ ਹੈ ਨਾ, ਉਹੀ ਦੇ ਸਕਦਾ, ਉਹ ਦੇ ਸਕਦਾ। ਪਰ ਮੈਂ ਫਿਰ ਵੀ ਇਹੋ ਜਿਹੇ ਕਾਮਨ ਫੈਕਟਰ ਮੈਂ ਤੁਹਾਨੂੰ ਦੱਸਦਾ ਜਿਹੜੇ ਕਿ ਆਪਾਂ ਆਰਾਮ ਨਾਲ ਆਇਡੈਂਟੀਫਾਈ ਕਰ ਸਕਦੇ ਹਾਂ। ਜੀ ਆਪਾਂ ਪਿੱਤ ਦੀ ਗੱਲ ਕਰ ਰਹੇ ਹਾਂਗੇ, ਜਿਹਨਾਂ 'ਚ ਫਾਇਰ ਐਲੀਮੈਂਟ ਹੋਏਗਾ, ਡਾਈਜੈਸ਼ਨ ਵੀਕ ਹੋਏਗਾ, ਅੱਛਾ, ਗੁੱਸਾ ਜ਼ਿਆਦਾ ਆਏਗਾ, ਪਸੀਨਾ ਜ਼ਿਆਦਾ ਆਏਗਾ, ਠੰਡ ਜ਼ਿਆਦਾ ਲੱਗੇਗੀ। ਅੱਛਾ, ਦੇਖੋ ਇਹ ਕੰਟਰਾਡਿਕਟਰੀ ਗੱਲ ਕਰ ਰਿਹਾ ਮੈਂ। ਹਮੇਸ਼ਾ ਫਾਇਰ ਐਲੀਮੈਂਟ ਵਾਲੇ ਨੂੰ ਠੰਡ ਜ਼ਿਆਦਾ ਲੱਗੇਗੀ ਕਿਉਂਕਿ ਉਹਨੂੰ ਆਪੋਜ਼ਿਟ ਵੈਦਰ ਮਿਲ ਰਿਹਾ। ਗੁੱਸਾ ਜ਼ਿਆਦਾ ਆਏਗਾ ਕਿਉਂਕਿ ਜਿਹੜਾ ਫਾਇਰ ਹੈ ਅੰਦਰਲੀ ਉਹ ਬੈਲੈਂਸ ਨਹੀਂ ਹੈ, ਉਹ ਖਾਣੇ ਨੂੰ ਠੀਕ ਡਾਈਜੈਸਟ ਨਹੀਂ, ਐਸਿਡਿਟੀ ਹੋਏਗੀ। ਅੱਛਾ, ਹੇਅਰ ਫਾਲ ਹੋਏਗਾ, ਅਨੀਮਿਕ ਹੋ ਸਕਦਾ ਹੈਗਾ, ਓਕੇ, ਔਰ ਇਨਸੋਮਨੀਆ ਦਾ ਸ਼ਿਕਾਰ ਹੋ ਸਕਦਾ ਹੈਗਾ। ਇਹ ਸਾਰੇ ਜਿਹਨਾਂ 'ਚ, ਲੇਕਿਨ ਇੱਥੇ ਇੰਪੋਰਟੈਂਟ ਗੱਲ ਇਹ ਨਹੀਂ ਹੈ ਜੀ ਵੀ ਆਪਾਂ ਆਇਡੈਂਟੀਫਾਈ ਕਰੀਏ ਜਾਂ ਉਹਨੂੰ ਕਿਵੇਂ ਪਤਾ ਲੱਗੇਗਾ, ਉਹ ਤਾਂ ਪਤਾ ਡਾਕਟਰ ਦੱਸ ਦੇਗਾ, ਵੈਦ ਦੱਸ ਦੇਗਾ। ਇੱਥੇ ਇੰਪੋਰਟੈਂਟ ਗੱਲ ਇਹ ਹੈ ਵੀ ਤੁਸੀਂ ਆਪਦੇ DNA ਜਾਂ ਆਪਣੀ ਪ੍ਰਕਿਰਤੀ ਦੇ ਮੁਤਾਬਕ ਹੀ ਅਗਰ ਆਪਣਾ ਡਾਈਟ ਚਾਰਟ, ਆਪਣਾ ਲਿਵਿੰਗ ਸਟਾਈਲ ਬਣਾ ਲਓਗੇ ਤਾਂ ਤੁਸੀਂ ਬਹੁਤ ਸਾਰੀਆਂ ਰੂਟੀਨ ਦੀਆਂ ਬਿਮਾਰੀਆਂ ਤੋਂ ਜਾਂ ਗੰਭੀਰ ਬਿਮਾਰੀਆਂ ਤੋਂ ਬਚ ਕੇ ਰਹਿ ਸਕਦੇ ਹੋ। ਮੈਂ ਤੁਹਾਡੇ ਤੋਂ ਇਸੇ ਲਈ ਪੁੱਛਿਆ ਕਿਉਂਕਿ ਕਈ ਵਾਰੀ ਇੱਕ ਆਮ ਇਨਸਾਨ ਅਗਰ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ, ਜਦੋਂ ਤੱਕ ਕੋਈ ਪ੍ਰੋਬਲਮ ਨਹੀਂ ਹੈ ਤਾਂ ਉਹ ਕਦੀ ਵੀ ਨਹੀਂ ਜਾਂਦਾ ਕਿਸੇ ਡਾਕਟਰ ਦੇ ਕੋਲ ਜਾਂ ਵੈਦ ਦੇ ਕੋਲ, ਪਰ ਜਦੋਂ ਪ੍ਰੋਬਲਮ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਉਹ ਜਾਂਦਾ। ਔਰ ਉਹ ਪ੍ਰੋਬਲਮ ਜਦੋਂ ਹੁੰਦੀ ਹੈ ਫਿਰ ਉਸ ਤੋਂ ਬਾਅਦ ਹੀ ਉਸਨੂੰ ਇਹ ਚੀਜ਼ਾਂ ਪਤਾ ਲੱਗਦੀ ਕਿ ਅੱਛਾ ਮੈਂ ਇੱਦਾਂ ਅਤੇ ਮੈਨੂੰ ਇਹ ਖਾਣਾ ਪੀਣਾ ਚਾਹੀਦਾ। ਉਦੋਂ ਤੱਕ ਉਹ ਆਪਣੀ ਹੈਬਿਟਸ ਬਣਾ ਚੁੱਕਿਆ ਹੁੰਦਾ। ਪਰ ਜੇ ਥੋੜ੍ਹਾ ਬਹੁਤਾ ਅੰਦਾਜ਼ਾ ਪਹਿਲਾਂ ਲੱਗੇ, ਸੋ ਕਿੰਨਾ ਜ਼ਰੂਰੀ ਹੈ ਕਿ ਆਯੁਰਵੇਦ ਨੂੰ ਅਸੀਂ ਵੈਸੇ ਹੀ ਜਾਣੀਏ। ਮਤਲਬ ਜਿਵੇਂ ਅਸੀਂ ਆਮ ਪੜ੍ਹਾਈ ਕਰਦੇ ਹਾਂ ਤਾਂ ਜ਼ਰੂਰੀ ਹੈ ਕਿ ਤੁਸੀਂ ਆਯੁਰਵੇਦ ਨੂੰ ਸਮਝੋ, ਜਾਣੋ, ਕਿ ਤੁਹਾਨੂੰ ਇਸ ਚੀਜ਼ ਦੀ ਨੌਲੇਜ ਰਹੇ ਕਿ ਤੁਸੀਂ ਕਿੱਦਾਂ ਦੀ ਪ੍ਰਕਿਰਤੀ ਦੇ ਨਾਲ ਪੈਦਾ ਹੋਏ ਹੋ ਅਤੇ ਤੁਸੀਂ ਆਪਣਾ ਖਾਣਾ ਪੀਣਾ ਸ਼ੁਰੂ ਤੋਂ ਆਪਣੀ ਹੈਬਿਟਸ ਉੱਦਾਂ ਦੀਆਂ ਬਣਾ ਸਕਦੇ ਹੋ। ਸ਼ੇਖਰ ਜੀ, ਇਹ ਅੱਜ ਦੇ ਯੁੱਗ ਵਿੱਚ ਬਹੁਤ ਜ਼ਰੂਰੀ ਹੈ। ਹੁਣ ਮੈਂ ਤੁਹਾਨੂੰ ਕਾਊਂਟਰ ਕੁਐਸਚਨ ਕਰਦਾ ਜੀ, ਤੁਸੀਂ ਇੱਕ ਆਯੁਰਵੇਦ ਡਾਕਟਰ ਤੋਂ ਬਿਨਾਂ ਕਿਸੇ ਵੀ ਹੋਰ ਡਾਕਟਰ ਤੋਂ, ਅਦਰਪੈਥੀ ਡਾਕਟਰ ਤੋਂ ਕਦੇ ਦੇਖਿਆ ਤੁਹਾਨੂੰ ਡਾਈਟ ਚਾਰਟ ਸਮਝਾਉਣ? ਨਹੀਂ, ਉਹਦੇ ਲਈ ਤੇ ਡਾਈਟ ਕੰਸਲਟੇਸ਼ਨ ਅਲੱਗ ਤੋਂ ਹੁੰਦੀ ਹੈ, ਉਹਦੇ ਫਿਰ ਅਲੱਗ ਤੋਂ ਪੈਸੇ ਲੱਗਦੇ ਨੇ। ਇੱਕ ਆਯੁਰਵੇਦ ਡਾਕਟਰ ਹੀ ਹੈ, ਆਯੁਰਵੇਦ ਡਾਕਟਰ ਹੀ ਹੈ ਜਿਹੜਾ ਕਿ ਤੁਹਾਨੂੰ ਇਹ ਦੱਸਦਾ ਵੀ ਤੁਸੀਂ ਇਸ ਚੀਜ਼ ਤੋਂ ਪਰਹੇਜ਼ ਕਰਨਾ। ਤੁਹਾਡੇ ਨਾਲ ਤੇ ਕਈ ਵਾਰ ਇਸ ਮੈਟਰ ਤੇ ਗੱਲ ਹੋਈ, ਤੁਸੀਂ ਜਿਹੜੀ ਪਰਹੇਜ਼ ਦੀ, ਸੌਰੀ ਮੈਂ ਇੰਟਰਪਟ ਕੀਤਾ ਤੁਹਾਨੂੰ, ਬਟ ਮੈਂ ਇਸ ਚੀਜ਼ ਨੂੰ ਹਮੇਸ਼ਾ ਐਪਰੀਸ਼ੀਏਟ ਕਰਦਾ ਹੁੰਦਾ ਕਿ ਵੈਦ ਸਾਹਿਬ ਤੁਸੀਂ ਹਮੇਸ਼ਾ ਕੁਐਸਚਨਸ ਕਰਦੇ ਹੋ ਪਹਿਲਾਂ ਸਾਹਮਣੇ ਵਾਲੇ ਤੋਂ, ਉਸ ਤੋਂ ਬਾਅਦ ਤੁਸੀਂ ਉਸ ਨੂੰ ਕੋਈ ਟ੍ਰੀਟਮੈਂਟ ਦਿੰਦੇ ਹੋ। ਅਸੀਂ ਕਿਸੇ ਦੇ ਅਗੇਂਸਟ ਤਾਂ ਕੀ ਕਹਿਣਾ, ਪਰ ਅਸੀਂ ਨੋਰਮਲੀ ਡਾਕਟਰਸ ਕੋਲੇ ਜਾਈਦਾ, ਉਹ ਪੂਰੀ ਗੱਲ ਸੁਣ ਵੀ ਨਹੀਂ ਰਹੇ ਹੁੰਦੇ, ਇੰਨੇ 'ਚੋਂ ਫਟਾਫਟ ਮੈਡੀਸਿਨ ਲਿਖ ਕੇ ਪਕੜਾ ਦਿੰਦੇ। ਇਹੀ ਕਾਰਨ ਹੈ ਕਿ ਅੱਜ ਛੋਟੀਆਂ ਪ੍ਰੋਬਲਮ ਬਹੁਤ ਵੱਡੀਆਂ ਬਣਦੀਆਂ ਜਾਂਦੀਆਂ ਨੇ ਜੀ। ਕਾਰਨ ਹੋਰ ਵੀ ਨੇ। ਇੱਕ ਕਾਰਨ ਇਹ ਵੀ ਬਹੁਤ ਵੱਡਾ ਹੈ ਕਿ ਅੱਜ ਕੱਲ੍ਹ ਦੇ ਬੱਚੇ ਜਾਂ ਬਜ਼ੁਰਗ ਜਿਹੜੇ ਕਿ ਡਿਪੈਂਡ ਹੁੰਦੇ ਨੇ ਬੱਚਿਆਂ 'ਤੇ, ਉਹ ਜਲਦੀ ਨਾਲ ਆਪਣੀ ਪ੍ਰੋਬਲਮ ਦੱਸਦੇ ਹੀ ਹੈ ਨਹੀਂ ਗੇ। ਬੱਚੇ ਤਾਂ ਆਪਦਾ ਸ਼ਰਮ ਮਹਿਸੂਸ ਕਰਦੇ ਨੇ ਜਾਂ ਉਹਨੂੰ ਨੌਲੇਜ ਨਹੀਂ ਹੁੰਦੀ, ਉਹ ਸੋਚਦੇ ਵੀ ਇਹ ਇੱਕ ਨੋਰਮਲ ਗੱਲ ਹੈ ਜੀ। ਲੇਕਿਨ ਜਿਹੜੀ ਆਪਾਂ ਨਹੀਂ ਦੱਸਦੇ, ਡਾਕਟਰ ਕੋਲ, ਵੈਦ ਕੋਲ ਜਾ ਕੇ ਆਪਦੀ ਗੱਲ ਨੂੰ ਡਿਸਕਲੋਜ਼ ਨਹੀਂ ਕਰਦੇ, ਪ੍ਰੋਪਰ ਹਿਸਟਰੀ ਨਹੀਂ ਦਿੰਦੇ, ਤਾਂ ਉਹ ਪ੍ਰੋਬਲਮ ਜਿਹੜੀਆਂ ਨੇ ਬਹੁਤ ਵੱਧ ਜਾਂਦੀਆਂ ਨੇ। ਆਪਾਂ ਲਿਵਰ ਦੀ ਔਰ ਪਿੱਤ ਦੀ ਗੱਲ ਕਰ ਰਹੇ ਸੀਗੇ। ਜੇ ਸਾਨੂੰ ਇਹ ਪਤਾ ਹੋਏਗਾ ਕਿ ਸਾਡਾ ਬਾਏ ਨੇਚਰ, ਬਾਏ ਪ੍ਰਕਿਰਤੀ ਸਾਨੂੰ ਕਫ ਮਿਲੀ ਹੈ, ਵਾਟਰ ਐਲੀਮੈਂਟ ਜ਼ਿਆਦਾ ਬੋਡੀ ਦੇ ਵਿੱਚ, ਰੇਸ਼ਾ ਜ਼ਿਆਦਾ ਬੋਡੀ ਦੇ ਵਿੱਚ, ਅਗਰ ਅਸੀਂ ਇੱਕ ਸਿੰਪਲ ਪ੍ਰੀਕਾਸ਼ਨ ਲੈਂਦੇ ਰਹੀਏ
ਜਿਵੇਂ ਸਵੇਰੇ ਕਫ ਦਾ ਕਾਲ ਹੁੰਦਾ ਹੈ, ਦਸੰਬਰ ਜਨਵਰੀ 'ਚ ਕਫ ਦਾ ਕਾਲ ਹੁੰਦਾ ਹੈ, ਉਹਨਾਂ ਕਾਲ ਦੇ ਵਿੱਚ ਰੇਸ਼ੇ ਵਾਲੀਆਂ ਚੀਜ਼ਾਂ ਘੱਟ ਖਾਈਏ, ਸਟਿਮੂਲੈਂਟ ਗਰਮ ਫਾਇਰ ਐਲੀਮੈਂਟ ਵਾਲੀ ਚੀਜ਼ਾਂ ਜ਼ਿਆਦਾ ਖਾਈਏ। ਤਾਂ ਇਹ ਕਹਿੰਦੇ ਕਿ ਉਸ ਵੇਲੇ ਆਪਾਂ ਨੂੰ ਜਿਹੜਾ ਹੈ ਹਰੇਕ ਚੀਜ਼ ਪਚ ਜਾਂਦੀ ਹੈ ਜੀ, ਤਾਂ ਅਸੀਂ ਉਦੋਂ ਬਹੁਤ ਸਾਰੀਆਂ ਪ੍ਰੋਬਲਮ ਤੋਂ ਬਚ ਸਕਦੇ ਹਾਂ। ਹੁੰਦਾ ਕੀ ਹੈਗਾ ਕਿ ਪ੍ਰੋਬਲਮਾਂ ਵੱਧਦੀਆਂ ਜਾਂਦੀਆਂ ਨੇ, ਅਸੀਂ ਹੋਰ ਇਹ ਮਿੱਥ ਜਾਂ ਹੋਰ ਇਹ ਜਿਹੜੀਆਂ ਨਾ ਵੀ ਫਲਾਣੇ ਨੇ ਇਹ ਲੈ ਕੇ ਠੀਕ ਹੋ ਗਿਆ ਸੀ, ਫਲਾਣਾ ਇਹ ਠੀਕ ਹੋ ਗਿਆ ਸੀ, ਉਹਦੇ ਨਾਲ ਸਾਡੀਆਂ ਬਲਕਿ ਪ੍ਰੋਬਲਮ ਹੋਰ ਵੱਧਦੀਆਂ ਜਾਂਦੀਆਂ ਨੇ ਔਰ ਉਹ ਕਰੋਨਿਕ ਰੂਪ ਧਾਰਨ ਕਰ ਲੈਂਦੀਆਂ ਨੇ ਜੀ। ਲਿਵਰ ਦੀ ਗੱਲ ਕਰ ਰਿਹਾ ਸੀ, ਲਿਵਰ ਦੇ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਇਹ ਸਭ ਤੋਂ ਸੈਂਸਿਟਿਵ ਆਰਗਨ ਇਸ ਤਰ੍ਹਾਂ ਦਾ ਹੈ ਵੀ ਜੇ ਇੱਕ ਵਾਰ ਵਿਗੜ ਜਾਵੇ ਨਾ, ਇਹ ਜਲਦੀ ਠੀਕ ਨਹੀਂ ਹੁੰਦਾ ਔਰ ਜਲਦੀ ਜਲਦੀ ਵਿਗੜਦਾ ਵੀ ਨਹੀਂ। ਐਡਾ ਤਗੜਾ ਦੋਸਤ ਵੀ ਹੈ ਤੁਹਾਡਾ, ਸਭ ਕੁਝ ਸਹਿ ਲੇਗਾ। ਦੋਨੋਂ ਗੱਲਾਂ ਨੇ, ਪਰ ਜੇ ਵਿਗੜ ਜਾਵੇ, ਹੁਣ ਤੁਸੀਂ ਆਪ ਹੀ ਦੇਖੋ ਵੀ ਇਹ ਜਦੋਂ ਵਿਗੜਦਾ ਹੈਗਾ, ਹੈਪੇਟਾਈਟਸ ਸੀ, ਏ ਬੀ ਸੀ ਜਾਂ ਥੋੜੇ SGOT SGPT ਵੱਧਦੇ ਨੇ ਜੀ, ਹੀਮੋਗਲੋਬਿਨ ਘਟਦਾ ਹੈਗਾ, ਤਾਂ ਇਹਦਾ ਮਤਲਬ ਹੈ ਤੁਸੀਂ ਉਹਦੇ ਨਾਲ ਕਾਫੀ ਧੱਕਾ ਕਰਿਆ, ਤੁਸੀਂ ਕਾਫੀ ਉਹਨੂੰ ਇਗਨੋਰ ਕਰਿਆ ਜੀ, ਤੁਸੀਂ ਉਹਦੇ ਸੀਕ੍ਰੇਸ਼ਨਸ ਨੂੰ ਕਾਫੀ ਡਿਸਟਰਬ ਕੀਤਾ ਹੈਗਾ, ਉਹਦੇ ਐਂਜ਼ਾਈਮ ਦੇ ਮੁਤਾਬਕ ਖਾਣਾ ਨਹੀਂ ਖਾ ਰਹੇ, ਤਾਂ ਜਾ ਕੇ ਇਹ ਪ੍ਰੋਬਲਮਾਂ ਖੜੀਆਂ ਹੁੰਦੀਆਂ ਨੇ। ਫਿਰ ਕੀ ਹੁੰਦਾ, ਜਦੋਂ ਪ੍ਰੋਬਲਮ ਜ਼ਿਆਦਾ ਵੱਧ ਜਾਂਦੀਆਂ ਨੇ ਤਾਂ ਫਿਰ ਵੀ ਅਸੀਂ ਉਸ ਚੀਜ਼ ਨੂੰ ਸਮਝਣ ਦੀ ਬਜਾਏ ਜਾਂ ਉਹ ਰਸਤੇ ਤੋਂ ਦੂਸਰਾ ਰਸਤਾ ਅਡੋਪਟ ਕਰਨ ਦੀ ਬਜਾਏ ਹੋਰ ਨਵੇਂ ਮਿੱਥ ਪਾਲ ਲੈਂਦੇ ਹਾਂ ਵੀ ਮੈਂ ਯਾਰ ਉਹ ਫਲਾਣੀ ਬਿਸਕੀ ਜ਼ਿਆਦਾ ਪੀਂਦਾ ਰਿਹਾ, ਫਿਰ ਸਾਰਾ ਦੋਸ਼ ਤਾਂ ਹੀ ਕਹਿੰਦੇ ਨੇ ਵੀ ਬਿਸਕੀ ਵਾਲਿਆਂ ਦਾ ਲਿਵਰ ਜਲਦੀ ਖਰਾਬ। ਹੁਣ ਆਪਾਂ ਆਉਂਦੇ ਹਾਂ ਵੀ ਜੀ ਇਹਦਾ ਕਾਰਨ ਕੀ ਹੁੰਦੇ ਨੇ, ਕੱਲਾ ਵਿਸਕੀ ਕਾਰਨ ਨਹੀਂ ਹੁੰਦੀ, ਕੱਲਾ ਵਿਸਕੀ ਕਾਰਨ ਨਹੀਂ ਹੁੰਦੀ। ਔਰ ਮੈਂ ਇੱਥੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਹੁਣ ਤੁਸੀਂ ਜਾਣਕਾਰੀ ਸੁਣ ਰਹੇ ਹੋ, ਇਹਨੂੰ ਤੁਸੀਂ ਚਾਹੋ ਤਾਂ ਨੋਟ ਕਰ ਲਓ, ਨਹੀਂ ਤਾਂ ਪ੍ਰੋਗਰਾਮ ਤੁਸੀਂ ਦੁਬਾਰਾ ਵੀ ਸੁਣ ਸਕਦੇ ਹੋ। ਵੈਦ ਸਾਹਿਬ ਨਾਲ ਡਾਇਰੈਕਟ ਸੰਪਰਕ ਵੀ ਕਰ ਸਕਦੇ ਹੋ, ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਹੇ ਨੇ, ਔਰ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਵੈਦ ਸਾਹਿਬ ਦੇ ਕੋਲ। ਸੋ ਅਗਰ ਕੋਈ ਜ਼ਿਆਦਾ ਤੁਹਾਨੂੰ ਪ੍ਰੋਬਲਮ ਲੱਗਦੀ ਹੈ, ਪਰ ਸਮੇਂ ਸਿਰ ਦਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਸਮੇਂ ਸਿਰ ਉਹਨੂੰ ਡਾਇਗਨੋਸ ਕਰਨਾ ਬਹੁਤ ਜ਼ਰੂਰੀ ਹੈ। ਹੁਣ ਅਸੀਂ ਕਾਰਨ ਹਾਂਜੀ ਦੇਖੋ, ਆਪਾਂ ਨਾ ਇਕੱਲਾ ਸ਼ਰਾਬ ਜਾਂ ਟੌਕਸਿਕ ਨੂੰ ਨਹੀਂ, ਆਪਾਂ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਦੱਸਿਆ ਵੀ ਇਹ ਡਾਈਜੈਸ਼ਨ ਦੇ ਵਿੱਚ ਬਹੁਤ ਹੈਲਪ ਕਰਦਾ ਹੈਗਾ ਜੀ। ਓਬੇਸਿਟੀ, ਜਿਨ੍ਹਾਂ ਦਾ ਓਵਰਵੇਟ ਹੈ, ਲਿਵਰ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਇਕੱਲਾ ਹਾਰਟ ਨੂੰ ਹੀ ਨਹੀਂ ਕਰਨਾ। ਬਿਲਕੁਲ, ਅਗਰ ਤੁਹਾਡਾ ਓਵਰਵੇਟ ਹੈ ਤਾਂ ਲੀਵਰ ਨੂੰ ਜ਼ਿਆਦਾ ਐਫਰਟ ਕਰਨਾ, ਮੈਟਾਬੋਲਿਜ਼ਮ ਜਿਹੜਾ ਥੋੜਾ ਇੰਬੈਲੈਂਸ ਹੋਇਆ ਹੋਇਆ, ਹਾਂ, ਤੁਹਾਡੀ ਮੇਦ ਧਾਤੂ ਜਿਹੜੀ ਹੈ ਉਹ ਜ਼ਿਆਦਾ ਡੈਪੋਜ਼ਿਟ ਹੋ ਰਹੀ ਹੈ, ਅੱਗੇ ਧਾਤੂਆਂ ਦਾ ਪੋਸ਼ਣ ਨਹੀਂ ਹੋ ਰਿਹਾ ਜੀ, ਬੇਟਾਈਮ ਖਾਣਾ ਖਾਣਾ, ਕੌਨਸਟੀਪੇਸ਼ਨ, ਗੈਸਟਰਾਈਟਿਸ, ਹਾਈਪਰ ਐਸਿਡਿਟੀ, ਹਾਈਪਰਟੈਂਸ਼ਨ ਵੀ ਕਾਰਨ ਹੈਗਾ ਜਦੋਂ ਸਾਡਾ ਸਰਕੂਲੇਸ਼ਨ। ਇਹ ਸਾਰੀਆਂ ਲਾਈਫ ਸਟਾਈਲ ਡਿਸਆਰਡਰਸ ਨੇ। ਬਿਮਾਰੀ ਕਦੋਂ ਬਣਦੀਆਂ ਨੇ? ਜਦੋਂ ਇਹ ਕਰੋਨਿਕ ਹੋ ਜਾਂਦੀਆਂ ਨੇ। ਫਿਰ ਤੁਹਾਡਾ ਜਿਹੜਾ ਹੈ ਬੇਟਾਈਮ ਖਾਣਾ ਖਾਣਾ, ਉਸ ਤੋਂ ਇਲਾਵਾ ਤੁਸੀਂ ਬੈਲੈਂਸਡ ਖਾਣਾ ਨਹੀਂ ਖਾਂਦੇ, ਲੰਚ ਨੂੰ ਠੀਕ ਟਾਈਮ 'ਤੇ ਨਾ ਖਾਣਾ, ਬ੍ਰੇਕਫਾਸਟ ਨੂੰ ਠੀਕ ਟਾਈਮ 'ਤੇ ਨਾ ਖਾਣਾ, ਵੀ ਜਦੋਂ ਤੁਹਾਡੀ ਡਿਊਟੀ ਹੈ ਖਤਮ ਹੋਈ ਹੈ, ਜੇ 4 ਵਜੇ ਤਾਂ 4 ਵਜੇ ਲੰਚ ਕਰ ਰਹੇ ਹੋ, ਰਾਤ ਦਾ ਖਾਣਾ 11 ਵਜੇ ਖਾ ਰਹੇ ਹੋ, ਇਹ ਸਾਰੇ ਉਹ ਕਾਰਨ ਨੇ ਜਿਹੜੇ ਅਸੀਂ ਲਿਵਰ ਤੇ ਬੋਝ ਪਾਉਂਦੇ ਆ, ਉਹ 'ਤੇ ਬਰਡਨ ਪਾਉਂਦੇ ਆ। ਕਿੱਥੇ ਤਾਂ ਦੇਖੋ ਨਾ, ਤੁਸੀਂ ਗੱਲ ਕਰ ਰਹੇ ਹੋ, ਮੇਰੇ ਖਿਆਲ ਨਾਲ ਮੈਂ ਇਹ ਦੇਖ ਰਿਹਾ ਕਿ 99% ਹੁਣ ਲੋਕ ਐਵੇਂ ਜੀ ਰਹੇ ਨੇ। ਤੇ ਫਿਰ ਐਸੋ ਜੀ ਕਿ 99% ਲੋਕਾਂ 'ਤੇ ਕਿਆ, ਉਹ ਆਪਦੇ ਜਾ ਕੇ ਸ਼ੀਸ਼ੇ 'ਚ ਦੇਖ ਲੈਣ ਵੀ ਜੋ ਉਹਨਾਂ ਦੀ ਏਜ ਆ ਉਹਦੇ ਮੁਤਾਬਕ ਉਹਨਾਂ ਦੇ ਚਿਹਰੇ 'ਤੇ ਨੂਰ ਹੈ। ਤਾਂ ਹੀ ਅਸੀਂ ਦੇਖਦੇ ਹਾਂ ਕਿ ਪੁਰਾਣੇ ਅਸੀਂ ਗੀਤ ਤਾਂ ਸੁਣ ਲੈਂਦੇ ਕਿ ਬਾਬੇ ਭੰਗੜਾ ਪਾਉਂਦੇ ਨੇ, ਉਹਦੇ ਸ਼ਾਇਦ ਕਾਰਨ ਵੀ ਇਹੀ ਹੈ ਕਿ ਪਹਿਲਾਂ ਲਾਈਫ ਸਟਾਈਲ ਇੰਨਾ ਸਿੰਪਲ ਸੀਗਾ ਕਿ ਉਹਦੇ ਵਿੱਚ ਤੁਸੀਂ ਹਰ ਚੀਜ਼ ਮੈਨੇਜੇਬਲ ਹੁੰਦੀ ਸੀ, ਕਿ ਤੁਸੀਂ ਹਰ ਚੀਜ਼ ਟਾਈਮ ਟੇਬਲ ਬਣੇ ਹੋਏ ਸੀ, ਹਰ ਚੀਜ਼ ਦੇ ਤੁਸੀਂ ਉਹ ਤੈਅ ਸਮੇਂ ਦੇ ਉੱਤੇ ਸਭ ਕੁਝ ਕਰਨਾ, ਆਪਣਾ ਖਾਣਾ ਪੀਣਾ, ਔਰ ਸ਼ਾਇਦ ਇਸੇ ਕਰਕੇ ਉਹਨਾਂ ਦੀ ਬਾਡੀਜ਼ ਇੰਨੀਆਂ ਮਜ਼ਬੂਤ ਸੀਗੀਆਂ ਔਰ ਕੋਈ ਬਿਮਾਰੀ ਨਹੀਂ ਹੁੰਦੀ ਸੀ। ਮੈਂ ਦਰਸ਼ਕਾਂ ਨੂੰ ਇੱਕ ਹੋਰ ਅਪਡੇਸ਼ਨ ਦੇਣੀ ਚਾਹੁੰਦਾ। ਮੈਂ ਕੱਲ੍ਹ ਇਹ ਕਿਸੇ ਪੜ੍ਹ ਰਿਹਾ ਸੀਗਾ ਕਿ WHO ਨੇ ਵਾਰਨ ਕੀਤਾ ਹੈਗਾ ਵੀ ਕੋਵਿਡ ਤੋਂ ਡੇਂਜਰਸ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ। ਅੱਛਾ, ਮੈਕਸਿਮਮ ਕੈਜੂਅਲਟੀ ਹੋ ਸਕਦੀ ਹੈ, ਲੇਕਿਨ ਜੇ ਤੁਸੀਂ ਕੋਵਿਡ ਵਰਗੀਆਂ ਬਿਮਾਰੀਆਂ ਤੋਂ, ਕੋਵਿਡ ਵਰਗੇ ਵਾਇਰਸ ਤੋਂ ਬਚਣਾ ਹੈ, ਆਪਦੀ ਬਾਡੀ ਦੀ ਇਮਿਊਨਿਟੀ ਮੇਨਟੇਨ ਰੱਖੋ, ਜਿਹੜੀ ਕਿ ਤੁਸੀਂ ਸਿਰਫ ਆਯੁਰਵੇਦ ਨਾਲ ਮੇਨਟੇਨ ਰੱਖ ਸਕਦੇ ਹੋ। ਔਰ ਆਯੁਰਵੇਦ ਦੇ ਨਾਲ ਇਮਿਊਨਿਟੀ ਮੇਨਟੇਨ ਰੱਖਣ ਵਾਸਤੇ ਆਪਦੇ ਲਿਵਰ ਨੂੰ ਹਮੇਸ਼ਾ ਸਵਸਥ ਰੱਖੋ, ਜਿਹੜਾ ਤੁਹਾਡੇ ਜੋ ਤੁਸੀਂ ਖਾਓ ਉਹਨੂੰ ਪਚਾ ਸਕੇ। ਉਹਦੇ ਲਈ ਜ਼ਰੂਰੀ ਹੈ ਠੀਕ ਟਾਈਮ 'ਤੇ ਬ੍ਰੇਕਫਾਸਟ, ਲੰਚ ਔਰ ਡਿਨਰ ਕਰਨਾ। ਆਪਣੇ ਬਾਡੀ ਨੂੰ, ਆਪਦੇ ਲਿਵਰ ਦੇ ਡਾਈਜੈਸ਼ਨ ਸਿਸਟਮ ਨੂੰ ਇਗਨੋਰ ਨਾ ਕਰੋ, ਨਹੀਂ ਤਾਂ ਫਿਰ ਜਦੋਂ ਦੇਖੋ ਥੋੜ੍ਹਾ ਯਾਦ ਕਰਕੇ ਵੀ ਨਾ ਮਨ ਖਰਾਬ ਹੁੰਦਾ ਹੈ ਵੀ ਅੱਜ ਤੋਂ 2-3 ਸਾਲ ਪਹਿਲਾਂ ਕਿਹੋ ਜਿਹਾ ਮਾਹੌਲ ਸੀ। ਬਿਲਕੁਲ, ਲੋਕ ਡੱਕੇ ਹੋਏ ਸੀ, ਘਰਾਂ ਦੇ ਅੰਦਰ ਡੱਕੇ ਹੋਏ ਸੀ, ਉਹ ਅੰਦਰ ਕੁੱਟ-ਕੁੱਟ ਕੇ ਮਰ ਰਹੇ ਸੀ, ਬਾਹਰ ਜਾਣਾ ਕਿੰਨਾ ਔਖਾ ਸੀ, ਸਬਜ਼ੀਆਂ ਵੀ ਆਪਾਂ ਸਰਫ ਤੋਂ ਖਾ ਰਹੇ ਸੀ। ਇਹ ਚੀਜ਼ਾਂ ਤੋਂ ਬਚਣ ਵਾਸਤੇ ਜਾਂ ਇਹ ਕੋਈ
ਕੁਦਰਤੀ ਆਫਤ ਆਉਂਦੀ ਹੈ ਉਹਦੇ ਨਾਲ ਫਾਈਟ ਕਰਨ ਵਾਸਤੇ ਤੁਹਾਡੀ ਬਾਡੀ ਦੀ ਇਮਿਊਨਿਟੀ ਔਰ ਤੁਹਾਡਾ ਖਾਸ ਤੌਰ ਜਿਹੜਾ ਲਿਵਰ ਹੈਗਾ ਉਹ ਸਵਸਥ ਰਹਿਣਾ ਜ਼ਰੂਰੀ ਹੈਗਾ ਜੀ। ਹੁਣ ਮੈਂ ਨਾਲੇ ਤੇ ਇਹ ਵੀ ਦੱਸਣਾ ਚਾਹੁੰਦਾ ਜੀ ਵੀ ਤੁਹਾਨੂੰ ਸਕੈਨ ਕਰਾਇਆ, ਡਾਕਟਰ ਨੇ ਕਹਿਤਾ ਤੁਹਾਡਾ ਲਿਵਰ ਸੈਕੰਡ ਗ੍ਰੇਡ 'ਤੇ ਹੈ, ਫਸਟ ਗ੍ਰੇਡ 'ਤੇ ਹੈ, ਥਰਡ ਗ੍ਰੇਡ 'ਤੇ ਹੈ, ਘਬਰਾਓ ਨਾ। ਆਮ ਤੌਰ 'ਤੇ ਡਾਕਟਰ ਥੋੜ੍ਹਾ ਡਰਾ ਵੀ ਦਿੰਦੇ ਨੇ, ਕਈ ਵਾਰ ਡਰਾਉਣਾ ਸਹੀ ਵੀ ਹੁੰਦਾ ਕਿਉਂਕਿ ਕਈ ਵਾਰ ਲਾਪਰਵਾਹ ਬੰਦੇ ਹੁੰਦੇ ਨੇ, ਨਾ ਮੈਡੀਸਨ ਠੀਕ ਟਾਈਮ 'ਤੇ ਖਾਣੀ ਹੈ, ਨਾ ਡਾਕਟਰ ਦੀ ਗੱਲ ਸੁਣਨੀ ਹੈ। ਪਰ ਜੇ ਕਿਸੇ ਦੇ ਨੂੰ ਕੋਈ ਲਿਵਰ ਫੈਟੀ ਹੈਗਾ ਜੀ, ਉਹਨੂੰ ਇਹ ਸੋਚ ਕੇ ਇਗਨੋਰ ਨਾ ਕਰੋ ਵੀ ਇਹ ਤਾਂ ਜੀ ਅਕਸਰ ਹਰੇਕ ਦਾ ਲਿਵਰ ਫੈਟੀ ਹੁੰਦਾ ਹੈਗਾ। ਹਾਂ, ਮਤਲਬ ਹੁਣ ਜੇ ਜ਼ਿਆਦਾ ਸਭ ਦਾ ਹੋ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨਾਂ ਕੋਲ ਕਾਮਨ ਹੈ। ਆਯੁਰਵੇਦ ਦੇ ਵਿੱਚ ਬਹੁਤ ਇਸ ਤਰ੍ਹਾਂ ਦੀਆਂ ਰੈਮਡੀਜ਼ ਹੈਗੀਆਂ ਨੇ ਜਿਹਦੇ ਨਾਲ ਤੁਸੀਂ ਕੁਝ ਜ਼ਿਆਦਾ ਪ੍ਰਯਾਸ ਜਾਂ ਜ਼ਿਆਦਾ ਕੋਸ਼ਿਸ਼ ਕਰਨ ਦੀ ਲੋੜ ਨਹੀਂ ਜੀ, ਤੁਸੀਂ ਆਰਾਮ ਨਾਲ ਠੀਕ ਹੋ ਸਕਦੇ ਹੋ ਜੀ। ਚੰਡੀਗੜ੍ਹ ਆਯੁਰਵੇਦ ਸਾਡੇ ਸੈਂਟਰ ਨੇ ਬੜੀਆਂ ਅੱਛੀਆਂ ਮੈਡੀਸਨ ਬਣਾਈਆਂ ਨੇ, ਬੜੇ ਅੱਛੇ ਕੰਬੀਨੇਸ਼ਨ ਬਣਾਏ ਨੇ ਆਪਦੇ ਪੁਰਖਿਆਂ ਦੇ, ਆਪਦੇ ਡਾਕਟਰ ਦੇ ਰਿਸਰਚ ਵਰਕ ਤੋਂ ਬਾਅਦ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਬੇਟਾ ਵੀ ਪੋਸਟ ਗ੍ਰੈਜੂਏਟ ਹੈ, ਮੇਰੀ ਬੇਟੀ ਵੀ ਪੋਸਟ ਗ੍ਰੈਜੂਏਟ ਹੈ, ਕਰਨਵੀਰ ਸਿੰਘ ਔਰ ਰੂਪਮ ਸਿੰਘ ਬਹੁਤ ਅੱਛਾ ਕੰਮ ਕਰ ਰਹੇ ਨੇ, ਬਹੁਤ ਮਿਹਨਤ ਕਰਦੇ ਨੇ। ਕਾਲਮੇ, ਕੁਟਕੀ, ਭੂਮੀ ਆਮਲਾ ਇਹ ਡਰੱਗ ਆਫ ਚੋਇਸ ਨੇ ਲਿਵਰ ਵਾਸਤੇ। ਓਕੇ। ਚਾਹੇ ਫੈਟੀ ਲਿਵਰ ਹੈ, SGOT, SGPT, ਹੀਮੋਗਲੋਬਿਨ, ਬਿਲੀਰੂਬਿਨ ਵਧ ਗਿਆ, ਡਰੱਗ ਆਫ ਚੋਇਸ। ਅਸੀਂ ਇਹਨਾਂ ਦੇ ਕੰਬੀਨੇਸ਼ਨ ਨੂੰ, ਹੁਣ ਦੇਖੋ ਮੈਂ ਉੱਥੇ ਕੈਨੇਡਾ ਵੀ ਗਿਆ, ਉੱਥੇ ਲੋਕਾਂ ਦੀ ਇਹ ਸੀ ਜੀ ਤੁਸੀਂ ਗੱਲਾਂ ਤਾਂ ਬਹੁਤ ਸੋਹਣੀਆਂ ਦੱਸਦੇ ਹੋ, ਇਹ ਚੀਜ਼ਾਂ ਮਿਲਦੀਆਂ ਕਿੱਥੋਂ ਨੇ। ਮੇਰਾ ਹਮੇਸ਼ਾ ਇਹ ਏਮ ਹੁੰਦਾ ਹੈ ਕਿ ਦੇਖੋ ਪ੍ਰਚਾਰ ਪ੍ਰਸਾਰ ਹਰੇਕ ਬੰਦਾ ਚਾਹੁੰਦਾ ਹੈਗਾ। ਆਪਣੀ ਬਣਾਈ ਹੋਈ ਮੈਡੀਸਨ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਨੈਚੁਰਲ ਚੀਜ਼ਾਂ ਨੂੰ ਜੋ ਤੁਹਾਡੇ ਘਰੇ ਪਈਆਂ ਨੇ ਉਹਨਾਂ ਨੂੰ ਕਿਵੇਂ ਯੂਜ਼ ਕਰਕੇ ਤੁਸੀਂ ਸਵਸਥ ਹੋ ਸਕਦੇ ਹੋ ਜੀ। ਤੇ ਲੇਕਿਨ ਫਿਰ ਵੀ ਜੇ ਕਿਸੇ ਨੂੰ ਕੁਟਕੀ, ਕਾਲਮੇ ਇਹ ਚੀਜ਼ਾਂ ਨਹੀਂ ਮਿਲਦੀਆਂ ਤਾਂ ਸਾਡੇ ਚੰਡੀਗੜ੍ਹ ਆਯੁਰਵੇਦ ਸੈਂਟਰ ਦੀ ਤੁਸੀਂ ਵੈਬਸਾਈਟ 'ਤੇ ਜਾ ਕੇ ਦੇਖਿਓ ਜੀ, ਲਿਵਰ ਕੇਅਰ। ਓਕੇ। ਕੁਟਕੀ ਦਾ ਐਕਸਟ੍ਰੈਕਟ ਕੱਢ ਕੇ ਅਸੀਂ ਕੈਪਸੂਲ ਪ੍ਰੋਵਾਈਡ ਹੈ, ਕਿਉਂਕਿ ਕੁਟਕੀ ਕੜਵਾ ਬਹੁਤ ਹੁੰਦਾ ਹੈ। ਅੱਛਾ। ਆਮ ਬੱਚੀਆਂ ਨਹੀਂ ਖਾ ਸਕਦੀਆਂ ਜੀ, ਉਹਦੇ ਕੈਪਸੂਲ ਬਣਾਏ ਹੋਏ ਨੇਗੇ। ਡਿਟੌਕਸ ਪਾਊਡਰ ਚੰਡੀਗੜ੍ਹ ਆਯੁਰਵੇਦ ਸੈਂਟਰ ਦਾ, ਇਹ ਸਪੈਸ਼ਲੀ ਇਹਨੂੰ ਦੇਖੋ, ਇਹਦਾ ਇਹ ਵੀ ਇੱਕ ਮੇਨ ਫੰਕਸ਼ਨ ਹੈ ਲਿਵਰ ਦਾ ਕਿ ਬਾਡੀ ਦੇ ਵਿੱਚ ਜਿਹੜੇ ਟੌਕਸਿਕ ਜਮ੍ਹਾਂ ਹੋ ਜਾਂਦੇ ਨੇ। ਟੌਕਸਿਕ ਕਿਸ ਤਰ੍ਹਾਂ ਦੇ, ਇੱਕ ਤੁਸੀਂ ਨੈਚੁਰਲ ਲਈ ਜਾਂਦੇ ਹੋ ਪਾਣੀ 'ਚ, ਖਾਣੇ 'ਚ, ਇੱਕ ਕਈ ਵਾਰ ਨਾ ਜੀ ਕੋਈ ਲੰਬੀਆਂ ਦਵਾਈਆਂ ਖਾਣੀਆਂ ਪੈਂਦੀਆਂ ਨੇ, ਥਾਇਰਾਇਡ ਦੀਆਂ, ਕੋਲੈਸਟਰੋਲ ਦੀਆਂ, ਟਿਊਬਰਕਲੋਸਿਸ ਦੀਆਂ ਜੀ। ਉਹ ਦਵਾਈਆਂ ਦੇ ਜਿਹੜੇ ਸਾਈਡ ਇਫੈਕਟ ਜਾਂ ਉਹ ਟੌਕਸਿਕ ਨੇ, ਉਹਨਾਂ ਨੂੰ ਵੀ ਡਿਟੌਕਸ ਕਰਨ ਵਾਸਤੇ ਲਿਵਰ ਦਾ ਬਹੁਤ ਵੱਡਾ ਕੰਮ ਹੈ। ਓਕੇ। ਉਹਦੇ ਵਾਸਤੇ ਅਸੀਂ ਚੰਡੀਗੜ੍ਹ ਆਯੁਰਵੇਦ ਸੈਂਟਰ 'ਤੇ ਡਿਟੌਕਸ ਪਾਊਡਰ ਬਣਾਇਆ ਹੋਇਆ ਹੈਗਾ। ਐਸਿਡ ਜ਼ਿਆਦਾ ਬਣਨ ਲੱਗ ਜਾਂਦਾ, ਉਹਦੇ ਵਾਸਤੇ ਅਸੀਂ ਸ਼ੀਤ ਧਾਰਾ ਬਹੁਤ ਇਫੈਕਟਿਵ ਹੈ ਸਾਡੀ। ਲਿਵਰ ਕੇਅਰ ਸਿਰਪ ਵੀ ਹੈ, ਲਿਵਰ ਕੇਅਰ ਬੱਚਿਆਂ ਵਾਸਤੇ, ਲਿਵਰ ਕੇਅਰ ਟੈਬਲੇਟ ਵੀ ਹੈ। ਓਕੇ। ਫਿਰ ਜਿਹੜਾ ਡਾਈਜੈਸ਼ਨ ਅਪਸੈਟ ਹੁੰਦਾ, ਕਿਉਂਕਿ ਜਦ ਦੇਖੋ ਜਿਹੜਾ ਡਾਈਜੈਸ਼ਨ ਕਰਨ ਵਾਲੇ ਜੂਸਿਸ ਪੂਰੇ ਨਹੀਂ ਆਉਣਗੇ, ਉਹਦੇ ਵਾਸਤੇ ਵੀ ਅਸੀਂ ਚੰਡੀਗੜ੍ਹ ਆਯੁਰਵੇਦ ਸੈਂਟਰ ਦਾ ਡਾਈਜੈਸਟਿਵ ਸਪੋਰਟ ਟੈਬਲੇਟ ਔਰ ਡਾਈਜੈਸਟਿਵ ਸਪੋਰਟ ਪਲੱਸ ਦੋਨੋਂ ਤਰ੍ਹਾਂ ਦੀਆਂ ਟੈਬਲੇਟ ਬਣਾਈਆਂ ਹੋਈਆਂ ਨੇ, ਜਿਹੜਾ ਕਿ ਲੋਕ ਬਹੁਤ ਪੈਂਟਾਸਿਡ ਪਤਾ ਨਹੀਂ ਕਿੰਨੇ ਐਂਟਾਸਿਡ ਸਵੇਰੇ ਖਾਲੀ ਪੇਟ ਖਾ ਕੇ ਮੈਨੇਜ ਕਰ ਰਹੇ ਨੇ। ਉਹ ਤੁਸੀਂ ਇਹ ਦਵਾਈਆਂ ਜਾਂ ਇਹ ਹਰਬਸ ਜਾਂ ਇਹ ਮੈਡੀਸਨ ਨੂੰ ਯੂਜ਼ ਕਰਕੇ ਆਰਾਮ ਨਾਲ ਆਪਦੇ ਲਿਵਰ ਦੇ ਫੰਕਸ਼ਨ ਵੀ ਨੋਰਮਲ ਕਰ ਸਕਦੇ ਹੋ, ਆਰਾਮ ਨਾਲ ਤੁਸੀਂ ਆਪਣੇ ਡਾਈਜੈਸ਼ਨ ਨੂੰ ਵੀ ਠੀਕ ਕਰ ਸਕਦੇ ਹੋ, ਐਸਿਡਿਟੀ ਨੂੰ ਵੀ ਠੀਕ ਕਰ ਸਕਦੇ ਹੋ। ਔਰ ਜਿਹੜੇ ਤੁਹਾਡੇ ਰਿਜ਼ਲਟ ਨੇਗੇ, ਹੁਣ ਇੱਥੇ ਇੱਕ ਇਹ ਵੀ ਕੁਐਸਚਨ ਆਉਂਦਾ ਸ਼ੇਖਰ ਜੀ, ਪਤਾ ਕਿਵੇਂ ਲੱਗੇਗਾ ਲਿਵਰ ਫੈਟੀ, ਲਿਵਰ ਫੈਟੀ ਹੈ। ਮੈਂ ਇਸ ਸਿੰਪਟਮਸ ਕਿ ਤੁਹਾਡੀ ਬਾਡੀ ਤੇ ਕਿਵੇਂ ਦਿਖਣ ਲੱਗੂਗਾ। ਸਿੰਪਟਮਸ ਤੋਂ ਪਹਿਲਾਂ ਇੱਕ ਚੀਜ਼ ਮੈਂ ਰੀਜ਼ਨਸ ਦੇ ਵਿੱਚੋਂ ਇੱਕ ਪੁੱਛਣਾ ਸੀ ਤੁਹਾਡੇ ਤੋਂ ਕਿ ਕੀ ਸਟ੍ਰੈਸ ਲੈਣਾ ਵੀ ਲੀਵਰ ਦੇ ਉੱਤੇ ਕੋਈ ਇਫੈਕਟ ਪਾਉਂਦਾ? ਦੇਖੋ, ਸਟ੍ਰੈਸ, ਐਂਗਜ਼ਾਇਟੀ ਇਹ ਵੀ ਇੱਕ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਕਿ ਸਾਡੀ ਬਾਡੀ ਦੇ ਹਰੇਕ ਆਰਗਨ 'ਤੇ ਇਫੈਕਟ ਕਰਦਾ ਹੈਗਾ। ਸਟ੍ਰੈਸ ਵਾਲਾ ਬੰਦਾ ਠੀਕ ਪੇਟ ਭਰ ਕੇ ਜਾਂ ਠੀਕ ਟਾਈਮ 'ਤੇ ਖਾਣਾ ਨਹੀਂ ਖਾਏਗਾ, ਕੌਂਸਟੀਪੇਸ਼ਨ ਹੋਏਗੀ, ਐਸਿਡਿਟੀ ਹੋਏਗੀ, ਦਵਾਈਆਂ ਖਾਏਗਾ, ਟੌਕਸਿਕ ਵਧਣਗੇ ਜੀ, ਲਿਵਰ ਦੇ ਐਂਜ਼ਾਈਮ ਪੈਸਿਵ ਹੋ ਜਾਣਗੇ, ਐਕਟਿਵ ਨਹੀਂ ਰਹਿਣਗੇ। ਤਾਂ ਡਾਇਰੈਕਟਲੀ ਇਨਡਾਇਰੈਕਟਲੀ ਜਿਹੜਾ ਸਟ੍ਰੈਸ ਹੈਗਾ ਉਹਦਾ ਵੀ ਲਿਵਰ ਦੇ ਫੈਟੀ ਹੋਣ 'ਚ ਬਹੁਤ ਵੱਡਾ ਯੋਗਦਾਨ ਹੈ। ਦੇਖੋ ਸ਼ੇਖਰ ਜੀ, ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੀ ਜਦੋਂ ਤੁਸੀਂ ਖਾਣਾ ਖਾਣਾ, ਅੰਤਰ ਧਿਆਨ ਯਥੋਸ਼ਿਤ ਆਯੁਰਵੇਦ ਵਰਡ ਹੈ ਜੀ, ਜਦੋਂ ਸੂਰਿਆ ਉਦੇ ਹੁੰਦਾ ਉਧਰ ਫੇਸ ਕਰਕੇ ਬੈਠੋ ਔਰ ਸਭ ਤੋਂ ਪਹਿਲਾਂ ਉਸ ਦਾ ਥੈਂਕਸ ਕਰੋ ਜਿਸ ਨੇ ਸਾਨੂੰ ਭੋਜਨ ਦਿੱਤਾ ਹੈਗਾ ਜੀ, ਔਰ ਉਹਦੇ ਨਾਲ ਇਹ ਵੀ ਅਰਦਾਸ ਕਰੋ, ਚਾਹੇ ਉਹਦੇ ਮਨ ਅੰਦਰ ਕਰੋ ਵੀ ਹੇ ਪ੍ਰਮਾਤਮਾ ਇਹ ਸਭ ਨੂੰ ਦੇਈਂ।
ਇਹਦੇ ਨਾਲ ਤੁਹਾਡੇ ਅੰਦਰ ਇੱਕ ਐਸੀ ਤਾਰ ਛੱਡਦੀ ਹੈ ਕਿ ਤੁਸੀਂ ਬਹੁਤ ਹਲਕੇ ਹੋ ਕੇ ਇੱਕ ਪੋਜ਼ਿਟਿਵ ਵੇਵਸ ਲੈ ਕੇ, ਇੱਕ ਪੋਜ਼ਿਟਿਵ ਮਨ ਲੈ ਕੇ ਉਹ ਖਾਣੇ ਨੂੰ ਖਾਓਗੇ, ਤੁਹਾਨੂੰ ਆਰਾਮ ਨਾਲ ਡਾਈਜੈਸਟ ਹੋਏਗਾ। ਕੀ ਬਾਤ। ਤੁਹਾਡਾ ਕਦੇ ਲਿਵਰ ਫੈਟੀ ਨਹੀਂ ਹੋਏਗਾ। ਓਕੇ। ਲੇਕਿਨ ਜਦੋਂ ਅਸੀਂ ਕੀ ਕਰ ਦਿਆਂਗੇ, ਸਾਡਾ ਧਿਆਨ ਕਿਤੇ ਹੈ, ਗੱਲ ਕਿਤੇ ਕਰ ਰਹੇ ਹਾਂ, ਦੇਖ ਕੁਛ ਰਹੇ ਹਾਂ, ਨਾਲ ਖਾਣਾ ਖਾ ਰਹੇ ਹਾਂ, ਉਹ ਖਾਣਾ ਜਿੰਨਾ ਮਰਜ਼ੀ ਅੱਛਾ ਹੋਵੇ, ਮਤਲਬ ਅਸੀਂ ਟੀਵੀ ਦੇਖਦੇ ਖਾਣਾ ਖਾਣ ਲੱਗ ਜੰਨੇ ਆ, ਜਾਂ ਫਿਰ ਅਸੀਂ ਖਾਣਾ ਖਾਂਦੇ ਬੋਲਦੇ ਹਾਂ। ਅੱਛਾ, ਮੈਨੂੰ ਯਾਦ ਹੈ ਕਿ ਖਾਣਾ ਖਾਣ ਦੇ ਵੇਲੇ ਘਰ ਦੇ ਹਮੇਸ਼ਾ ਬੋਲਦੇ ਹੁੰਦੇ ਸੀਗੇ ਕਿ ਬੇਟਾ ਜਦੋਂ ਖਾਣਾ ਖਾਣਾ ਹੈ, ਉਦੋਂ ਗੱਲ ਨਹੀਂ ਕਰਨੀ, ਉਦੋਂ ਖਾਣਾ ਖਾਣਾ ਹੈ ਧਿਆਨ ਨਾਲ। ਤੇ ਉਹ ਵੀ ਸ਼ਾਇਦ ਅਸੀਂ ਉਹ ਬੇਸਿਕ ਜੋ ਸਾਡੇ ਕਲਚਰ ਤੋਂ, ਜੋ ਸਾਡੇ ਘਰਾਂ 'ਚੋਂ ਸਾਨੂੰ ਸਿੱਖਣ ਨੂੰ, ਸਮਝਣ ਨੂੰ ਚੀਜ਼ਾਂ ਮਿਲੀਆਂ, ਅਸੀਂ ਕਈ ਵਾਰੀ, ਮੈਂ ਇੱਥੇ ਇੱਕ ਮੈਂਸ਼ਨ ਕਰਨਾ ਚਾਹੁੰਦਾ ਗੱਲ, ਅਸੀਂ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ, ਅਸੀਂ ਸ਼ਾਇਦ ਸਾਰੇ ਹੀ ਉੱਦਾਂ ਦੇ ਲਾਈਫ ਸਟਾਈਲ ਨੂੰ ਫੋਲੋ ਕਰ ਰਹੇ ਹਾਂ, ਪਰ ਜਿਹਨੂੰ ਅਸੀਂ ਸਟਾਈਲ ਕਹਿ ਦਿੰਦੇ ਆ ਕਿ ਅੱਜ ਸਾਡੇ ਅੰਦਰ ਅਸੀਂ ਮਾਡਰਨ ਹੋ ਗਏ, ਜਾਂ ਫਿਰ ਅਸੀਂ ਚਿਲ ਰਹਿੰਦੇ ਆ, ਅਸੀਂ ਪਰਵਾਹ ਨਹੀਂ ਮਾਰਦੇ, ਔਰ ਜਵਾਨੀ 'ਚ ਖਾਸ ਤੌਰ 'ਤੇ ਪਰਵਾਹ ਨਹੀਂ ਮਾਰਦੇ ਹੁੰਦੇ। ਜਵਾਨ ਲੋਕ ਕਹਿੰਦੇ ਆ ਕਿ ਮੈਂ ਤਾਂ ਕੁਝ ਵੀ ਖਾ ਲੈਣਾ, ਸਭ ਹਜਮ ਹੈ। ਸੋ ਇਹ ਵੀ ਜਿਹੜੀਆਂ ਚੀਜ਼ਾਂ ਉਹ ਤੁਹਾਨੂੰ ਨੁਕਸਾਨ ਪਹੁੰਚਾ ਦਿੰਦੀਆਂ ਇਨ ਲੌਂਗ ਟਰਮ। ਬਿਲਕੁਲ ਤੁਸੀਂ ਸਹੀ ਕਹੇਗਾ ਜੀ। ਜਿੰਨਾ ਅਸੀਂ ਨੈਚੁਰਲ ਚੀਜ਼ਾਂ ਨੂੰ, ਇੱਕ ਨਾ ਆਯੁਰਵੇਦ ਇਹ ਵਰਡ ਹੈ ਆਪ ਤੋਂ ਉਪਦੇਸ਼, ਜੋ ਸਾਨੂੰ ਬੜਿਆਂ ਪੁਰਖਿਆਂ ਤੋਂ ਉਪਦੇਸ਼ ਮਿਲੇ ਨੇਗੇ ਜੀ, ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਅਗਰ ਫੋਲੋ ਕਰਦੇ ਜਾਈਏ, ਆਯੁਰਵੇਦ ਵੀ ਤਾਂ ਉਹੀ ਹੈ ਨਾ, ਆਯੁਰਵੇਦ ਵੀ ਉਹੀ ਹੈ। ਅਸੀਂ ਓਨਾ ਹੀ ਆਪਦੇ ਲਾਈਫ ਨੂੰ ਸੁਖਾਲਾ, ਕੰਫਰਟੇਬਲ ਔਰ ਸਾਰੇ ਆਰਗਨ ਨੂੰ ਸਵਸਥ ਰੱਖ ਸਕਦੇ ਹਾਂ ਜੀ। ਹੁਣ ਇਹਦੇ ਵਿੱਚ ਕੀ ਹੈ ਕਿ ਜਿੰਨੇ ਲੋਕ ਠੀਕ ਟਾਈਮ 'ਤੇ ਆਪਦਾ ਖਾਣਾ ਖਾ ਲੈਂਦੇ ਨੇ, ਉਹ ਠੀਕ ਟਾਈਮ 'ਤੇ ਆਪਦਾ ਮੈਟਾਬੋਲਿਜ਼ਮ ਨੂੰ ਬੈਲੈਂਸ ਕਰਨ ਵਾਸਤੇ ਜਿਹੜਾ ਉਹ ਆਪਦੇ ਐਂਜ਼ਾਈਮ ਪ੍ਰੋਡਿਊਸ ਕਰਦਾ ਰਹਿੰਦਾ ਹੈਗਾ ਜੀ। ਲੇਕਿਨ ਜਦੋਂ ਅਸੀਂ ਬੇਟਾਈਮ ਖਾਣਾ ਖਾਂਦੇ ਹਾਂ, ਧਿਆਨ ਕਿਤੇ ਹੋਰ ਹੈਗਾ, ਤਾਂ ਲਿਵਰ ਨੇ ਤਾਂ ਫੈਟ ਹੀ ਹੋਣਾ ਹੀ ਹੋਣਾ। ਸਾਡੀਆਂ 7 ਧਾਤੂਆਂ ਡਿਸਟਰਬ ਹੁੰਦੀਆਂ ਨੇ, ਰਸ, ਰਕਤ, ਮਾਸ, ਮੇਦ, ਅਸਥੀ, ਮੱਜਾ, ਸ਼ੁਕਰ। ਜੀ। ਇਕੱਲੀ ਇੱਕ ਮੇਦ ਧਾਤੂ ਨਹੀਂ ਹੁੰਦੀ ਹੈ। ਜੇ ਤੁਹਾਡੇ 7 ਵਿੱਚੋਂ ਕੋਈ ਇੱਕ ਸੇਤੂ ਵੀ ਡਿਸਟਰਬ ਹੁੰਦਾ ਹੈ, ਇਟ ਮੀਨਸ ਉਹ 7 ਡਿਸਟਰਬ ਹੋ ਰਹੀਆਂ ਨੇ। ਓਕੇ। ਹੁਣ ਫਿਰ ਆਪਾਂ ਨੂੰ ਜੀ ਅਕਸਰ ਲੋਕ ਪੁੱਛਦੇ ਨੇ ਕਿ ਜੀ ਇਹਦੇ ਜੇ ਫੈਟੀ ਲਿਵਰ ਹੋ ਜਾਵੇ ਤਾਂ ਉਹ 'ਚ ਕੀ ਕੀ ਸਿਮਟਮ, ਸਾਈਨ ਸਿਮਟਮ ਅਪੀਅਰ ਹੁੰਦੇ, ਪਹਿਚਾਣ ਕਿਵੇਂ ਹੁੰਦੀ ਹੈ? ਭੁੱਖ ਦਾ ਨਾ ਲੱਗਣਾ, ਐਨੋਰੈਕਸੀਆ, ਐਸਿਡ ਜ਼ਿਆਦਾ ਬਣਨਾ, ਕਿਉਂਕਿ ਜਿਹੜਾ ਐਸਿਡ ਉਹ ਬੈਲੈਂਸ ਨਹੀਂ ਰਹਿੰਦਾ ਹੈ, ਐਂਜ਼ਾਈਮ ਬੈਲੈਂਸ ਨਹੀਂ ਰਹਿੰਦੇ ਜੀ, ਕੌਨਸਟੀਪੇਸ਼ਨ ਹੋਣਾ, ਔਰ ਪੇਟ ਦੇ ਵਿੱਚ ਗੈਸ ਜ਼ਿਆਦਾ ਬਣਨਾ, ਐਬਡੋਮਨ ਦੇ ਵਿੱਚ ਪੇਨ ਰਹਿਣਾ, ਲਿਵਰ ਵਾਲੀ ਜਗ੍ਹਾ ਦੇ ਉੱਪਰ ਥੋੜ੍ਹਾ ਪੇਨ ਰਹਿਣਾ। ਇਹ ਸਾਰੇ ਉਹ ਸਿਮਟਮ ਨੇ ਜਿਹੜੇ ਕਿ ਫਸਟ ਸਟੇਜ 'ਤੇ ਅਪੀਅਰ ਹੁੰਦੇ ਨੇ। ਓਕੇ। ਸਿਰੋਸਿਸ ਆਫ ਲਿਵਰ ਤਾਂ ਬਾਅਦ 'ਚ ਪਾਣੀ ਭਰ ਜਾਂਦਾ, ਉਹ ਤਾਂ ਬਹੁਤ ਬਾਅਦ ਦੀਆਂ ਗੱਲਾਂ ਨੇ ਜੀ। ਫਿਰ ਅਸੀਂ ਬਿਲੀਰੂਬਿਨ ਚੈੱਕ ਕਰਾਉਂਦੇ ਹਾਂ ਤਾਂ ਉਹ ਬਿਲੀਰੂਬਿਨ ਵਧਿਆ ਹੁੰਦਾ ਹੈ, SGOT, SGPT ਵਧੇ ਹੁੰਦੇ ਨੇ। ਤਾਂ ਆਪਾਂ ਇਹਨਾਂ ਨੂੰ ਕਿਵੇਂ ਫਾਈਨਲ ਡਾਇਗਨੋਜ਼ ਕਿਵੇਂ ਕਰਨਾ ਹੈ? ਅੱਜ ਕੱਲ੍ਹ ਨਾ ਜੀ ਕਈ ਤਰ੍ਹਾਂ ਦੇ ਸਕੈਨ ਨੇ ਜੀ, CT ਸਕੈਨ ਹੈ, ਅਲਟਰਾਸਾਊਂਡ ਹੈ, ਫਾਈਬਰ ਸਕੈਨ ਹੈ ਓਕੇ ਲਿਵਰ ਦਾ। ਉਹਦੇ ਨਾਲ ਸਾਨੂੰ ਆਰਾਮ ਨਾਲ ਅਸੀਂ ਆਇਡੈਂਟੀਫਾਈ ਕਰ ਸਕਦੇ ਹਾਂ। ਜਿੱਥੇ ਕੋਈ ਪੈਥੀ ਕੰਮ ਨਹੀਂ ਕਰਦੀ, ਜਿੱਥੇ ਕੋਈ ਪੈਥੀ 'ਚ ਕੋਈ ਇਲਾਜ ਨਹੀਂ ਹੈ, ਸ੍ਰਿਸ਼ਟੀ ਨੇ, ਉਸ ਨੇਚਰ ਨੇ ਜੋ ਇੱਥੇ ਰੋਗ ਪੈਦਾ ਹੁੰਦਾ ਹੈਗਾ ਉਹਦਾ ਇੱਥੇ ਇਲਾਜ ਜ਼ਰੂਰ ਦਿੱਤਾ ਹੋਇਆ, ਉੱਥੇ ਆਯੁਰਵੇਦ ਕੰਮ ਜੀ। ਦੇਖੋ, ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਆਯੁਰਵੈਦਿਸਟ ਹਾਂ, ਮੈਨੂੰ ਤਾਂ ਬੜਾ ਪ੍ਰਾਊਡ ਹੈ ਕਿ ਮੈਂ ਆਯੁਰਵੈਦਿਸਟ ਹਾਂ। ਜੋ ਚੀਜ਼ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ, ਪ੍ਰਤੱਖ ਕਿਮ ਪ੍ਰਮਾਣਮ, ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ ਜੀ। ਮੈਨੂੰ ਤੁਸੀਂ ਜਿੰਨੀਆਂ ਕਰੋਨਿਕ ਪ੍ਰੋਬਲਮ ਨਹੀਂ ਹੈ, ਅੱਜ ਆਪਾਂ ਲਿਵਰ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਨੂੰ 2nd ਗ੍ਰੇਡ ਲਿਵਰ ਹੋ ਗਿਆ, ਮੈਨੂੰ ਤੁਸੀਂ ਕੋਈ ਡਾਕਟਰ ਕਹਿ ਦੇਵੇ ਵੀ ਹਾਂ ਅਸੀਂ ਠੀਕ ਕਰ ਦਾਂਗੇ, ਉਲਟਾ ਕਹਿੰਦੇ ਕਿ ਜੀ ਇਹ ਲਾਈਫ ਸਟਾਈਲ ਹੈ, ਥੋੜ੍ਹਾ ਉਹਦਾ ਠੀਕ ਕਰ ਲਓ, ਆਪਦਾ ਸ਼ਰਾਬ ਨਾ ਪੀਆ ਕਰੋ, ਮੀਟ ਨਾ ਖਾਇਆ ਕਰੋ, ਹਲਕੇ ਖਾਣੇ ਖਾਓ, ਮਸਾਲੇ ਵਾਲੀ ਚੀਜ਼ਾਂ ਨਾ ਖਾਓ ਜੀ। ਬਿਲਕੁਲ ਠੀਕ ਕਹਿ ਰਹੇ ਨੇ। ਅੱਛਾ, ਇਹਦੇ ਵਿੱਚ ਮੇਰੀ ਸਮਝ ਵੀ ਕੁਝ ਕਹਿੰਦੀ ਹੈ, ਮੇਰਾ ਆਪਣਾ ਓਪੀਨੀਅਨ ਹੈ, ਜਿੰਨਾ ਮੈਂ ਸਮਝਿਆ ਤੁਹਾਡੇ ਨਾਲ ਜਦੋਂ ਵੀ ਮੈਂ ਗੱਲ ਕਰਨਾ, ਕਿ ਅਸੀਂ ਨੇਚਰ ਦਾ ਪਾਰਟ ਹੈ ਔਰ ਨੇਚਰ ਰਿਕਵਰ ਹੁੰਦੀ ਹੈ, ਔਰ ਨੇਚਰ ਨੇ ਸਾਨੂੰ, ਸਾਡੀ ਬਾਡੀ ਨੂੰ ਵੀ ਉੱਦਾਂ ਹੀ ਬਣਾਇਆ, ਅਸੀਂ ਰਿਕਵਰ ਕਰ ਸਕਦੇ ਹਾਂ। ਪਰ ਸ਼ਰਤ ਇਹ ਹੈ ਕਿ ਜਿਸ ਚੀਜ਼ ਦੇ ਨਾਲ ਅਸੀਂ ਖਰਾਬ ਕਰ ਰਹੇ, ਪਹਿਲਾਂ ਤਾਂ ਉਹਨੂੰ ਛੱਡ ਦਈਏ, ਦੈਨ ਉਸ ਤੋਂ ਬਾਅਦ ਆਯੁਰਵੇਦ ਦੇ ਵਿੱਚ ਜਿੰਨੀਆਂ ਮੈਡੀਸਿਨਸ ਨੇ ਉਹ ਸਾਰੀਆਂ ਹੀ ਨੈਚੁਰਲ ਨੇ। ਸੋ ਨੈਚੁਰਲ ਚੀਜ਼ਾਂ ਤੁਸੀਂ ਇਨਟੇਕ ਕਰੋਗੇ ਤਾਂ ਉਹ ਆਪਣਾ ਅਸਰ ਕਰਨਗੀਆਂ, ਤੁਹਾਡੀ ਬਾਡੀ ਰਿਕਵਰ ਕਰੇਗੀ, ਸੋ ਤੁਸੀਂ ਠੀਕ ਹੋਵੋਗੇ। ਮਤਲਬ ਇਟਸ ਵੈਰੀ ਸਿੰਪਲ ਟੂ ਅੰਡਰਸਟੈਂਡ, ਜੋ ਮੇਰੀ ਅੰਡਰਸਟੈਂਡਿੰਗ ਦੇ ਵਿੱਚ ਹੈ। ਸ਼ੇਖਰ ਜੀ, ਕੁਟਕੀ ਇੱਕ ਸਿੰਗਲ ਹਰਬ ਹੈ, ਡਰੱਗ ਆਫ ਚੋਇਸ ਹੈ। ਕੋਈ ਵੀ ਇੰਬੈਲੈਂਸ ਹੈ ਲਿਵਰ ਦੇ ਵਿੱਚ, ਮੈਂ ਧਿਆਨ ਨਾਲ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਕੁਟਕੀ ਮੈਂ ਕਈ ਵਾਰ ਦੱਸਦਾ, ਵੈਸੇ ਸਿੰਗਲ ਹਰਬ ਹੈ। ਇਹਨੂੰ ਤੁਸੀਂ ਅੱਧਾ ਚਮਚ ਸਵੇਰੇ, ਅੱਧਾ ਚਮਚ ਸ਼ਾਮ ਨੂੰ ਰੈਗੂਲਰ ਲੈਣਾ ਸ਼ੁਰੂ ਕਰ ਦਿਓ। ਇਕੱਲਾ ਲਿਵਰ ਨੂੰ ਨਹੀਂ ਠੀਕ ਕਰੇਗਾ, ਕਿੰਨੇ ਫਾਇਦੇ ਨੇ। ਆ ਯੰਗ ਲੜਕੀਆਂ ਦੇ ਐਕਨੇ,
ਫੇਸ ਤੇ ਫੋੜੇ ਫਿੰਸੀਆਂ ਬਣ ਜਾਂਦੇ ਨੇਗੇ, ਹੇਅਰ ਫਾਲ ਹੁੰਦੇ ਨੇਗੇ, ਚਿਹਰੇ ਦਾ ਗਲੋ ਖਤਮ ਹੋ ਜਾਂਦਾ ਹੈਗਾ, ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈਗਾ। ਕੱਲੀ ਹਰਬ ਜਿਹੜੀ ਹੈ ਕੁਟਕੀ ਦੀ ਇਹ ਬਿਲਕੁਲ ਠੀਕ ਕਰ ਦੇਗੀ। ਕਾਲ ਮੇਘ, ਭੂਮੀ ਆਮਲਾ ਜਿਹੜਾ ਆਮਲਾ ਹੁੰਦਾ ਹੈ, ਕਹਿੰਦੇ ਨਾ ਸਿਆਣੇ ਦਾ ਕਿਹਾ ਤੇ ਆਮਲੇ ਦਾ ਖਾਧਾ, ਲੰਬਾ ਤੱਕ ਅਸਰ ਕਰਦਾ ਹੈਗਾ। ਇਹ ਐਵੇਂ ਨਹੀਂ ਕਹਾਵਤਾਂ ਬਣੀਆਂ ਹੋਈਆਂ, ਇਹ ਇਸ ਲਈ ਕਹਾਵਤਾਂ ਬਣੀਆਂ ਨੇ, ਇਹ ਯਥਾਰਥ ਹੈ ਲਾਈਫ ਦਾ। ਅਸੀਂ ਪਤਾ ਕੀ ਹੈ, ਇਸ ਸਮੇਂ ਸਾਡੀ ਪ੍ਰਵਿਰਤੀ ਥੋੜ੍ਹੀ ਜਿਹੀ ਡਿਫਰੈਂਟ ਹੈ। ਜਦੋਂ ਕੋਈ ਚੀਜ਼ ਬਾਹਰੋਂ ਆਉਂਦੀ ਹੈ ਨਾ, USA ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਉੱਥੇ ਦੇ ਸਾਇੰਟਿਸਟ ਇਹਨੂੰ ਰਿਸਰਚ ਕਰਕੇ ਪੇਟੈਂਟ ਬਣਾ ਲੈਂਦੇ ਨੇਗੇ ਸਾਡੀਆਂ ਚੀਜ਼ਾਂ ਨੂੰ। ਫਿਰ ਅਸੀਂ ਕਹਿੰਦੇ ਵੀ ਤਾਂ ਇਹ ਬਹੁਤ ਸੋਹਣੀ ਚੀਜ਼ ਹੈ। ਉਦੋਂ ਵਧੀਆ ਉਹਦੇ 'ਚ ਬਣ ਕੇ ਨਾ ਸਾਡੇ ਕੋਲ ਆਉਂਦੀ ਹੈ ਤਾਂ ਅਸੀਂ ਉਹਨੂੰ ਬੜੇ ਖੁਸ਼ ਹੋ ਕੇ ਖਾਂਦੇ ਹਾਂ। ਪੱਠੀ ਦੇ ਭੁੰਨੇ ਹੋਏ ਦਾਣੇ ਸਾਨੂੰ ਬੁਰੇ ਲੱਗਦੇ ਨੇ ਜੀ। ਉਹੀ ਮੱਕੀ ਦੇ ਪੌਪਕੌਰਨ ਥੀਏਟਰ ਦੇ ਵਿੱਚ ਜਿਹੜਾ 500 ਰੁਪਏ ਦਾ 700 ਰੁਪਏ ਦਾ ਮਿਲਦਾ ਹੈਗਾ, ਸਾਰੇ ਖੁਸ਼ ਹੋ ਕੇ ਖਾਂਦੇ ਜੀ। ਕਿੰਨੀ ਬੈਡ ਲੱਕ ਹੈ ਸਾਡੀ ਇਹ। ਜਿਹੜਾ ਪ੍ਰੋਡਿਊਸ ਕਰਦਾ ਹੈ, ਜਿਹੜਾ ਉਹਨੂੰ ਮਿਹਨਤ ਕਰਦਾ ਹੈ, ਉਹਨੂੰ ਉਹਨਾਂ ਪ੍ਰੋਫਿਟ ਨਹੀਂ ਮਿਲਦਾ। ਸੇਮ ਇਹ ਮੈਡੀਸਨ, ਇਹ ਹਰਬਸ ਨੇਗੀਆਂ, ਇਹ ਸਾਡੇ ਹਿਮਾਲਿਆ ਦੀ, ਸਾਡੀ ਨੇਚਰ ਦੀ, ਸਾਡੀ ਮੋਨੋਪੋਲੀ, ਸਾਡੀਆਂ ਜਿਹੜੀਆਂ ਹਰਬਸ ਨੇਗੀਆਂ ਅਸੀਂ ਘੱਟ ਯੂਜ਼ ਕਰਦੇ ਹਾਂ, ਘੱਟ ਫੇਥ ਕਰਦੇ ਹਾਂ। ਲੇਕਿਨ ਬਾਹਰ ਦੇ ਮੁਲਕਾਂ ਨੂੰ ਜਿਹਨੂੰ ਸਮਝ ਆ ਗਿਆ ਵੀ ਜੇ ਬਹੁਤ ਡਰਿੰਕ ਟੌਕਸਿਕ ਲੈ ਕੇ ਸਾਡਾ ਲਿਵਰ ਡੈਮੇਜ ਹੋ ਚੁੱਕਿਆ ਤਾਂ ਕੁਟਕੀ ਵਰਗੀ ਕੋਈ ਚੀਜ਼ ਨਹੀਂ ਹੈ। ਅੱਜ ਮਾਡਰਨ ਦੇ ਜਿੰਨੇ ਵੱਡੇ ਵੱਡੇ ਸੰਸਥਾਨ ਨੇਗੇ, PGI ਤੋਂ ਲੈ ਕੇ ਮੈਕਸ 40, ਸਾਰੇ ਕਿਤੇ ਇਹ ਹਰਬ ਯੂਜ਼ ਹੁੰਦੀ ਹੈ ਜੀ। ਔਰ ਆਯੁਰਵੇਦ ਦੇ ਵਿੱਚ ਅਸੀਂ ਇਹਦਾ ਕੰਬੀਨੇਸ਼ਨ ਬੜਾ ਅੱਛਾ ਬਣਾਇਆ ਹੋਏਗਾ, ਲਿਵਰ ਕੇਅਰ, ਔਰ ਅਸੀਂ ਨੈਚੁਰਲ ਤੌਰ 'ਤੇ ਵੀ ਕੁਟਕੀ ਦਿੰਦੇ ਹਾਂ। ਕਿਵੇਂ ਕੈਪਸੂਲ ਐਕਸਟ੍ਰੈਕਟ ਬਣਾ ਕੇ। ਦੇਖੋ ਜੇ ਮੈਂ ਸਮਝਦਾ ਵੀ ਜਿੰਨੀ ਫਾਇਰ ਐਲੀਮੈਂਟ ਵੱਧਦਾ ਹੈਗਾ ਲਿਵਰ ਦੇ ਵਿੱਚ ਕਾਰਨ ਵੱਧਦਾ। ਹੁਣ ਲੜਕੀਆਂ ਦੇ ਬੋਇਲਸ ਹੋ ਜਾਂਦੇ ਨੇ, ਐਕਨੇ ਜਿਹਨੂੰ ਲੜਕੀਆਂ ਕਹਿੰਦੀਆਂ ਨੇ। ਕਈ ਤਾਂ ਲੜਕੀਆਂ ਫੇਸ ਦੇ ਉੱਪਰ ਆਪਣਾ ਢੱਕ ਕੇ ਰੱਖਦੀਆਂ ਨੇਗੀਆਂ, ਸ਼ਰਮ ਮਹਿਸੂਸ ਕਰਦੀਆਂ ਨੇ, ਹੇਅਰ ਫਾਲ ਹੋ ਜਾਂਦਾ। ਬੜੇ ਬੜੇ ਸਕਿਨ ਦੇ ਡਾਕਟਰਾਂ ਕੋਲ ਜਾਂਦੀਆਂ ਨੇ, ਇਹ ਸਕਿਨ ਦਾ ਪ੍ਰੋਬਲਮ ਹੀ ਨਹੀਂ ਹੈ ਬਈ। ਅੱਛਾ, ਜਿੰਨੀ ਵੀ ਐਕਨੇ ਪ੍ਰੋਬਲਮ ਜਾਂ ਤੁਸੀਂ ਹੇਅਰ ਫਾਲ ਦੀ ਗੱਲ ਕਰ ਰਹੇ ਸੀਗੇ, ਫੀਮੇਲਸ ਦੇ ਵਿੱਚ ਵੀ ਹੁੰਦਾ, ਸੋ ਇਹ ਡਾਇਰੈਕਟਲੀ ਕਨੈਕਟਡ ਹੈ ਤੁਹਾਡੇ ਲੀਵਰ ਦੇ ਨਾਲ। ਕੀ ਇਹ ਹਰ ਵਾਰ ਇਹੀ ਗੱਲ ਨਿਕਲੇਗੀ ਜਾਂ ਫਿਰ ਇਸ ਦੇ ਕੁਝ ਰੀਜ਼ਨ ਹੋਰ ਵੀ ਹੋ ਸਕਦੇ ਨੇ? ਮੇਨ ਕਾਰਨ ਲਿਵਰ ਦੇ ਵਿੱਚ ਪ੍ਰੋਬਲਮ ਹੋਏਗੀ। ਇਹ ਜੜ ਹੋਰ ਕਾਰਨ ਕੀ ਹੋ ਸਕਦੇ ਨੇ? ਥਾਇਰਾਇਡ ਹੋ ਗਿਆ ਕਿਸੇ ਨੂੰ, ਥਾਇਰਾਇਡ ਦੀ ਮੈਡੀਸਨ ਤੇ ਡਾਕਟਰਾਂ ਨੇ ਲਗਾਤਾ, ਉਹਦਾ ਸਾਈਡ ਇਫੈਕਟ ਵੀ ਹੈ। ਉਹ ਵੀ ਤਾਂ ਲੀਵਰ 'ਤੇ ਹੀ ਪਏਗਾ। ਆ ਗਿਆ ਨਾ ਅਲਟੀਮੇਟ ਲਿਵਰ ਦੇ ਉੱਪਰ, ਮਤਲਬ ਕਨੈਕਸ਼ਨ ਉੱਥੇ ਹੀ ਆ ਕੇ। ਯੈਸ। ਹੁਣ ਮੰਨ ਲਓ ਕੋਈ ਬਹੁਤ ਜ਼ਿਆਦਾ ਸਟਰੋਂਗ ਦਵਾਈਆਂ ਬੱਚੀ ਖਾ ਰਹੀ ਹੈ, ਉਹਦਾ ਹੇਅਰ ਫਾਲ ਸ਼ੁਰੂ ਹੋ ਗਿਆ, ਉਹ ਵੀ ਲਿਵਰ ਨਾਲ ਕਨੈਕਸ਼ਨ ਹੈ। ਕਿਉਂਕਿ ਪਿੱਤ ਦਾ ਸਥਾਨ ਮੇਨਲੀ ਲਿਵਰ ਹੈਗਾ। ਇਹਨੂੰ ਸੰਭਾਲ ਕੇ ਰੱਖੋ ਦੋਸਤੋ। ਇਹ ਸਾਰੀ ਉਮਰ ਤੁਹਾਡੇ, ਤੁਸੀਂ ਇਹਨੂੰ ਥੋੜ੍ਹਾ ਜਿਹਾ ਵੀ ਸੰਭਾਲੋਗੇ ਨਾ, ਉਹ 'ਤੇ ਅਨਨੈਸੈਸਰੀ ਬਰਡਨ ਨਹੀਂ ਪਾਓਗੇ, ਸਾਰੀ ਉਮਰ ਤੁਹਾਡੇ ਕੰਮ ਆਏਗਾ। ਸੋ ਕਹਿਣ ਦਾ ਮਤਲਬ ਹੈ ਕਿ ਸਾਡਾ ਲੀਵਰ ਉਹ ਆਰਗਨ ਹੈ ਜਿਹਨੇ ਸਾਰੀ ਬਾਡੀ ਨੂੰ ਫੀਡ ਕਰਨਾ, ਔਰ ਉੱਥੋਂ ਹੀ ਸਭ ਕੁਝ ਸ਼ੁਰੂ ਹੋਣਾ ਔਰ ਉੱਥੇ ਹੀ ਅੰਤ ਹੋਣਾ। ਆਪਾਂ ਨੋਰਮਲੀ ਪ੍ਰੋਫੈਸ਼ਨਲਾਂ ਕੰਮ ਕਰਦੇ ਹਾਂ, ਕੰਮ 'ਤੇ ਜਾਂਦੇ ਕਾਹਦੇ ਲਈ? ਅੱਛੇ ਸੁਸਾਇਟੀ 'ਚ ਇੱਕ ਨਾਮ ਹੋਵੇ, ਸਾਡਾ ਰੁਤਬਾ ਹੋਵੇ, ਔਰ ਅੱਛਾ ਅਸੀਂ ਫੂਡ ਖਾਈਏ, ਇਹੀ ਹੁੰਦਾ ਨਾ। ਲੇਕਿਨ ਕਈ ਵਾਰ ਅਸੀਂ ਅੱਛਾ ਫੂਡ ਦੀ ਜਗ੍ਹਾ 'ਤੇ ਜਦੋਂ ਕੋਈ ਇਸ ਤਰ੍ਹਾਂ ਦਾ ਖਾਣਾ, ਇੰਬੈਲੈਂਸ ਖਾਣਾ ਸਾਡੀ ਬਾਡੀ ਨੂੰ ਸੂਟ ਨਹੀਂ ਕਰਦਾ, ਉਹ ਸਾਡੇ ਲਿਵਰ ਨੂੰ ਡੈਮੇਜ ਕਰਦਾ। ਜੇ ਤੁਸੀਂ ਅੱਛੀ ਸੋਸਾਇਟੀ 'ਚ ਸਟੇਟਸ ਬਣਾ ਕੇ ਆਪਣੇ ਪ੍ਰੋਫੈਸ਼ਨ ਨੂੰ ਦਿਆਨਦਾਰੀ ਨਾਲ, ਓਨੈਸਟੀ ਨਾਲ ਨਿਭਾਉਣਾ ਹੈਗਾ, ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚੋਂ, ਤਾਂ ਤੁਹਾਨੂੰ ਲਿਵਰ ਨੂੰ ਆਪਦੇ ਨੂੰ ਸ਼ੁੱਧ, ਟੌਕਸਿਕ ਰਹਿਤ ਰੱਖਣਾ ਬਹੁਤ ਜ਼ਰੂਰੀ ਹੈ। ਔਰ ਉਹਦੇ ਵਾਸਤੇ ਆਯੁਰਵੇਦ ਦੇ ਵਿੱਚ ਜਿਹੜੀਆਂ ਵੀ ਹਰਬਸ ਨੇਗੀਆਂ, ਇੱਕ ਨਹੀਂ ਪਤਾ ਕਿੰਨੀਆਂ ਹਰਬਸ ਨੇਗੀਆਂ ਜੀ, ਉਹਨਾਂ ਨੂੰ ਤੁਸੀਂ ਅਪਣਾਓ। ਉਹਦੇ ਨਾਲ ਤੁਸੀਂ ਆਪਦੇ ਆਪ ਨੂੰ ਸਵਸਥ ਔਰ ਆਪਣੇ ਭੁੱਖ ਨੂੰ, ਆਪਣੇ ਪਾਚਨ ਨੂੰ, ਆਪਣੇ SGOT ਨੂੰ, ਆਪਦੇ SGPT ਨੂੰ, ਆਪਦੇ ਬਿਲੀਰੂਬਿਨ ਨੂੰ, ਆਪਣੇ ਹੀਮੋਗਲੋਬਿਨ ਨੂੰ, ਆਪਣੇ ਐਨੀਮਿਕ ਨੂੰ, ਇਹ ਸਾਰੀਆਂ ਪ੍ਰੋਬਲਮ ਤੋਂ ਨਿਜਾਤ ਪਾ ਸਕਦੇ ਹੋ। ਔਰ ਜਿਸ ਬੰਦੇ ਕਹਿੰਦੇ ਵੀ ਰਾਂਝਾ ਰਾਜੀ, ਜਿਹਨੂੰ ਭੁੱਖ ਠੀਕ ਲੱਗ ਰਹੀ ਹੈ, ਖਾਣਾ ਠੀਕ ਹਜਮ ਹੋ ਰਿਹਾ ਹੈਗਾ, ਉਹਦਾ ਰਾਂਝਾ ਆਪ ਹੀ ਰਾਜੀ ਹੈ। ਤਾਂ ਹੁਣ ਉਹ ਰਾਂਝਾ ਜਿਹੜਾ ਹੈ ਉਹ ਤੁਹਾਡਾ ਲੀਵਰ ਹੈ। ਅੱਛਾ, ਮੈਂ ਵੈਦ ਸਾਹਿਬ ਇੱਕ ਚੀਜ਼, ਜਿਹੜੇ ਸਾਡੇ ਵਿਦੇਸ਼ਾਂ ਦੇ ਵਿੱਚ ਦਰਸ਼ਕ ਦੇਖ ਰਹੇ ਨੇ, ਭੈਣ ਭਰਾ ਰਹਿੰਦੇ ਨੇ, ਉਹਨਾਂ ਨੂੰ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਹੈ, ਉੱਥੇ ਤਾਂ ਮੈਡੀਕਲ ਅਪੁਆਇੰਟਮੈਂਟਸ ਮਿਲਣਾ ਉਹ ਬਹੁਤ ਵੱਡਾ ਚੈਲੰਜ ਹੁੰਦਾ ਹੈ। ਅਤੇ ਚਲੋ ਇਸੇ ਕਰਕੇ ਬਹੁਤ ਸਾਰੇ ਲੋਕ ਪ੍ਰੋਗਰਾਮ ਦੇਖਦੇ, ਤੁਹਾਡੇ ਨਾਲ ਸੰਪਰਕ ਵੀ ਕਰਦੇ ਵੀ ਚਲੋ ਈਜ਼ੀਲੀ ਇੱਥੇ ਗੱਲ ਹੋ ਜਾਂਦੀ। ਜਦੋਂ ਆਪਾਂ ਸਟੂਡੀਓ ਤੋਂ ਗੱਲ ਕਰਦੇ ਹਾਂ ਤਾਂ ਲਾਈਵ ਕਾਲਸ ਵੀ ਆ ਜਾਂਦੀਆਂ, ਪ੍ਰੋਬਲਮਸ ਪੁੱਛਦੇ ਨੇ। ਸੋ ਅਗਰ ਉੱਥੇ ਬੈਠੇ ਕਿਸੇ ਬੰਦੇ ਨੂੰ ਲੀਵਰ ਦੀ ਪ੍ਰੋਬਲਮ ਡਾਇਗਨੋਜ਼ ਹੁੰਦੀ ਹੈ, ਜਾਂ ਫਿਰ ਉਹਨਾਂ ਨੂੰ ਉੱਥੇ ਅਪੁਆਇੰਟਮੈਂਟਸ ਨਹੀਂ ਮਿਲ ਪਾਉਂਦੇ,
ਤੁਹਾਡੇ ਕੋਲੇ ਕਾਲ ਕਰਦੇ ਨੇ, ਕਿਸ ਤਰੀਕੇ ਦੇ ਨਾਲ ਉਹ ਪਤਾ ਕਰ ਸਕਣਗੇ ਕਿ ਉਹਨਾਂ ਨੂੰ ਵਾਕਈ ਲੀਵਰ ਦੀ ਪ੍ਰੋਬਲਮ ਹੈ ਤੇ ਉਹ ਕਿਸ ਤਰੀਕੇ ਨਾਲ ਆਪਣਾ ਟ੍ਰੀਟਮੈਂਟ ਉੱਥੇ ਬੈਠੇ ਸ਼ੁਰੂ ਕਰ ਸਕਦੇ ਨੇ? ਤੁਹਾਡੀ ਗੱਲ ਬਹੁਤ ਸਹੀ ਹੈ, ਕਿਉਂਕਿ ਮੈਂ ਹੁਣੇ ਪਿਛਲੇ ਮਹੀਨੇ ਹੀ ਕੈਨੇਡਾ ਜਾ ਕੇ ਆਇਆ ਜੀ। ਲੋਕਾਂ ਨੂੰ ਮਿਲਿਆ, ਉੱਥੇ ਦੀ ਫੈਸਿਲਿਟੀ ਵੀ ਦੇਖੀ ਹੈ। ਉੱਥੇ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਵੀ ਹੈ ਉਹਨਾਂ ਦੇ ਲਿਵਰ ਦਾ ਫੈਟੀ ਹੋਣ ਦਾ, ਕਿ ਜਿਹੜਾ ਉਹਨਾਂ ਦਾ ਫੂਡ ਹੈ ਨਾ ਉਹ ਕਈ ਦਿਨ ਫ੍ਰਿਜ ਵਿੱਚ ਰੱਖ ਕੇ ਖਾਂਦੇ ਨੇ। ਫਰੋਜ਼ਨ ਹੀ ਚੱਲਦਾ ਜ਼ਿਆਦਾਤਰ, ਮੈਦੇ ਵਾਲਾ ਹੁੰਦਾ ਹੈਗਾ, ਬਾਰ-ਬਾਰ ਗਰਮ ਕੀਤਾ ਹੋਇਆ ਖਾਣਾ ਹੁੰਦਾ ਹੈਗਾ, ਔਰ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ ਜਾਂ ਉਹਨਾਂ ਦੇ ਵਰਕਿੰਗ ਦੇ ਆਵਰਸ ਨੇ ਨਾ ਉਹ ਬੜੇ ਔਡ ਨੇਗੇ, ਔਰ ਉੱਥੇ ਲਿਵਰ ਜਿਹੜਾ ਹੈ ਉਹ ਜਲਦੀ ਫੈਟੀ ਹੁੰਦਾ ਹੈਗਾ। ਐਸੀ ਗੱਲ ਨਹੀਂ, ਸਾਡੇ ਡੇਲੀ ਮੈਡੀਸਨ ਉੱਥੇ ਜਾਂਦੀਆਂ ਨੇ। ਜਿਹੜੇ ਵੀ ਭੈਣ ਭਰਾ ਨੇ ਸਾਨੂੰ ਕੰਟੈਕਟ ਕਰਨਾ ਹੈਗਾ, ਮੇਰਾ ਨੰਬਰ ਤੁਹਾਡੇ ਕੋਲ ਚੱਲ ਹੀ ਰਹੇਗਾ 94 170 42 231। ਮੈਂ ਕਿਤੇ ਹੋਵਾਂ, ਮੇਰਾ ਇਹ ਫੋਨ ਕਦੇ ਬੰਦ ਨਹੀਂ ਹੁੰਦਾ। ਤਾਂ ਅਸੀਂ ਇਹੀ ਜਿਹੜੇ ਸਿੰਪਟਮ ਅੱਜ ਆਪਾਂ ਡਿਸਕਸ ਕਰ ਰਹੇ ਹਾਂ, ਉੱਥੋਂ ਅਸੀਂ ਇਹਨੂੰ ਇੱਕ ਤਰ੍ਹਾਂ ਦਾ ਸਾਡੇ ਪੈਰਾਮੀਟਰਸ ਨੇਗੇ, ਜਿਵੇਂ ਨਾ ਜੀ ਦਰਸ਼ਨ ਪ੍ਰੀਖਿਆ, ਸਪਸ਼ਟ ਪ੍ਰੀਖਿਆ, ਨਾੜੀ ਪ੍ਰੀਖਿਆ, ਸਵਰ ਪ੍ਰੀਖਿਆ। ਕਈਆਂ ਨਾਲ ਅਸੀਂ ਵੀਡੀਓ ਕਾਲ 'ਤੇ ਗੱਲ ਕਰ ਲੈਂਦੇ ਹਾਂ, ਸਾਨੂੰ ਫੇਸ ਤੋਂ ਪਤਾ ਲੱਗ ਜਾਂਦਾ ਹੈਗਾ ਜੀ। ਕਈਆਂ ਦੇ ਐਲਰਜੀ ਤੋਂ ਪਤਾ ਲੱਗ ਜਾਂਦਾ ਹੈ, ਕਈਆਂ ਦੇ ਕਿੰਨੇ ਟਾਈਮ ਤੋਂ ਕੀ ਦਵਾਈਆਂ ਖਾ ਚੁੱਕੇ ਪਤਾ ਲੱਗ ਜਾਂਦਾ ਹੈਗਾ। ਤਾਂ ਅਸੀਂ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਵੀ ਉਹ ਐਡਰੈਸ ਭੇਜ ਦਿੰਦੇ ਨੇ, ਉਹ ਮੈਡੀਸਨ ਉੱਥੇ ਪਹੁੰਚਾ ਦਿੰਦੇ ਹਾਂ, ਔਰ ਬਹੁਤ ਸਾਰੇ ਲੋਕ ਠੀਕ ਵੀ ਹੋ ਰਹੇ ਨੇ। ਤੁਸੀਂ ਦੇਖਿਆ ਨਹੀਂ, ਆਪਾਂ ਨੂੰ ਲਾਈਵ ਕਿੰਨੀਆਂ ਕਾਲ ਆਉਂਦੀਆਂ ਰਹੀਆਂ ਵੀ ਵੈਦ ਜੀ ਨੇ ਸਾਨੂੰ ਉਹ ਦੱਸਿਆ ਸੀਗਾ ਜਾਂ ਮੈਂ ਉਹ ਦਵਾਈ ਮੰਗਵਾਈ ਸੀਗੀ। ਸੋ ਇਹ ਸਾਡੀ ਜਿਹੜੀ ਸੇਵਾ ਹੈ ਜਾਂ ਸਾਡਾ ਜਿਹੜਾ ਪ੍ਰੋਫੈਸ਼ਨ ਹੈ ਚੱਲ ਰਿਹਾ ਹੈਗਾ ਜੀ। ਪਰ ਮੇਰੇ ਨਾਲ ਇਹ ਜ਼ਰੂਰ ਮਕਸਦ ਹੁੰਦਾ ਹੈਗਾ ਵੀ ਤੁਸੀਂ ਮਹੀਨਾ, 2 ਮਹੀਨੇ, 4 ਮਹੀਨੇ ਦਵਾਈ ਖਾ ਕੇ ਠੀਕ ਹੋ ਗਏ, ਅੱਗੇ ਵਾਸਤੇ ਫਿਰ ਤੁਹਾਡਾ ਲਿਵਰ ਖਰਾਬ ਨਾ ਹੋਵੇ, ਲਿਵਰ ਫੈਟੀ ਨਾ ਹੋਵੇ, ਤਾਂ ਮੈਂ ਸਾਰਾ ਸੰਦੇਸ਼ ਆਪਣੇ ਦਰਸ਼ਕਾਂ ਨੂੰ ਦੇਣਾ ਚਾਹੁੰਦਾ ਹੁੰਦਾ ਵੀ ਆਪਣੇ ਲਾਈਫ ਸਟਾਈਲ ਨੂੰ ਇਹੋ ਜਿਹਾ ਬਣਾਓ, ਜਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੇ 'ਚ ਫਾਇਰ ਐਲੀਮੈਂਟ ਜ਼ਿਆਦਾ ਹੈ ਜਾਂ ਫਾਇਰ ਐਲੀਮੈਂਟ ਜ਼ਿਆਦਾ ਜਲਦੀ ਖਰਾਬ ਹੋ ਜਾਂਦਾ ਹੈ, ਜਾਂ ਤੁਹਾਨੂੰ ਜ਼ਿਆਦਾ ਗਰਮ ਚੀਜ਼ਾਂ ਨਹੀਂ ਸੂਟ ਕਰਦੀਆਂ, ਤਾਂ ਉਹਨਾਂ ਨੂੰ ਬੈਲੈਂਸ ਰੱਖੋ, ਰਿਤੂਆਂ ਦੇ ਹਿਸਾਬ ਨਾਲ ਆਪਣਾ ਲਾਈਫ ਸਟਾਈਲ ਰੱਖੋ, ਕਦੇ ਲਿਵਰ ਫੈਟੀ ਨਹੀਂ ਹੋਏਗਾ। ਹੁਣ ਤੁਸੀਂ ਇਹ ਦੇਖੋ, ਜਿਹੜਿਆਂ ਨੂੰ ਗ੍ਰੇਡ 2 ਆ ਗਿਆ ਜਾਂ ਗ੍ਰੇਡ 3 ਵੀ ਆ ਗਿਆ, ਡਾਕਟਰ ਦਾ ਹੱਥ ਖੜੇ ਕਰ ਦਿੰਦੇ ਨੇ, ਉਹਨਾਂ ਕੋਲ ਕੁਝ ਨਹੀਂ ਹੈ। ਉਹਨਾਂ ਨੇ ਤਾਂ ਕਹਿਣਾ ਵੀ ਦੇਖੋ ਜੀ ਤੁਸੀਂ ਆਪਦਾ ਖਾਣਾ ਪੀਣਾ ਠੀਕ ਕਰੋ। ਉਹ ਲੈ, ਐਸੀ ਗੱਲ ਨਹੀਂ, ਜਿਹੜੇ ਸਿਆਣੇ ਡਾਕਟਰ ਨੇ ਉਹ ਇਹੋ ਕਹਿਣ ਲੱਗੇ ਵੀ ਕਿਸੇ ਆਯੁਰਵੇਦ ਡਾਕਟਰ ਨੂੰ ਦਿਖਾ ਲਓ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਉਹਦੇ 'ਚ ਜੇ ਆਪਾਂ ਭੂਮੀ ਆਮਲਾ ਜਾਂ ਕਾਲ ਮੇਘ ਜਾਂ ਕੁਟਕੀ ਇਹ ਚੀਜ਼ਾਂ ਅਗਰ ਦਿੰਦੇ ਆ, ਇਹਨਾਂ ਦਾ ਕੋਈ ਸਾਈਡ ਇਫੈਕਟ ਕੋਈ ਨਹੀਂ, ਨੁਕਸਾਨ ਕੋਈ ਨਹੀਂ, ਬਲਕਿ ਇਕੱਲਾ ਲਿਵਰ ਨੂੰ ਠੀਕ ਨਹੀਂ ਕਰਨਗੇ, ਜੋ ਲਿਵਰ ਦੇ ਖਰਾਬੀ ਕਾਰਨ ਤੁਹਾਨੂੰ ਪ੍ਰੋਬਲਮ ਕ੍ਰੀਏਟ ਹੋ ਰਹੀਆਂ ਨੇਗੀਆਂ, ਜੋ ਤੁਹਾਡੇ ਸਾਈਨ ਸਿੰਪਟਮ ਅਪੀਅਰ ਹੋ ਰਹੇ ਨੇਗੇ, ਉਹਨੂੰ ਵੀ ਠੀਕ ਕਰਨਗੀਆਂ। ਪਰ ਉਸ ਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਉਸ ਤੋਂ ਬਾਅਦ ਲਾਈਫ ਸਟਾਈਲ ਤੇ ਬਦਲਣਾ ਪਏਗਾ। ਮਤਲਬ ਤੁਸੀਂ ਇਹ ਆਯੁਰਵੈਦਿਕ ਮੈਡੀਸਿਨ ਲੈ ਰਹੇ ਹੋ ਤੇ ਲਾਈਫ ਸਟਾਈਲ ਨੂੰ ਨਹੀਂ ਬਦਲਦੇ ਤਾਂ ਕੀ ਉਸ ਦਾ ਪ੍ਰਭਾਵ ਵੀ ਰਹੇਗਾ? ਫਿਰ ਦੇਖੋ, ਲਾਈਫ ਸਟਾਈਲ ਬਾਰੇ ਤਾਂ ਆਯੁਰਵੇਦ ਡਾਕਟਰ ਤੁਹਾਨੂੰ ਪਹਿਲਾਂ ਦੱਸਦਾ, ਉਹ ਪਹਿਲੀ ਚੀਜ਼ ਹੈ। ਜੇ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਡਾਈਟ ਚਾਰਟ ਉਹ ਤੁਸੀਂ ਨਾਲ ਦਿੰਦੇ ਹੋ, ਬਿਲਕੁਲ, ਔਰ ਪ੍ਰਕਿਰਤੀ ਦੇ ਮੁਤਾਬਕ ਡਾਈਟ ਚਾਰਟ ਦੇਣਾ, ਔਰ ਦਵਾਈ ਨੂੰ ਕਿਵੇਂ ਲੈਣਾ, ਕਿਸ ਤਰ੍ਹਾਂ ਲੈਣਾ ਹੈਗਾ। ਵੈਸੇ ਤਾਂ ਸਾਡੀ ਦਵਾਈਆਂ ਦੇ ਉੱਪਰ ਸਭ ਲਿਖਿਆ ਹੁੰਦਾ, ਡਿਫਾਈਨ ਕੀਤਾ ਹੁੰਦਾ ਹੈਗਾ। ਫਿਰ ਵੀ ਅਸੀਂ ਪੇਸ਼ੈਂਟ ਲਈ ਹਮੇਸ਼ਾ ਹਾਜ਼ਰ ਹੁੰਦੇ ਹਾਂ ਜੀ। ਇੱਕ ਚੀਜ਼ ਨੂੰ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਇੱਕ ਚੀਜ਼ ਨੂੰ 4-4 ਵਾਰ 5-5 ਵਾਰ ਘੁਮਾ ਕੇ ਨਾ ਪੁੱਛੋ, ਤੁਸੀਂ ਮੈਂਟਲੀ ਪ੍ਰਿਪੇਅਰ ਹੋ ਕੇ ਗੱਲ ਕਰੋ ਮੇਰੇ ਨਾਲ, ਚਾਹੇ ਜਿੰਨੀ ਵਾਰ ਲੰਬੀ ਗੱਲ ਕਰੋ, ਪਰ ਤੁਸੀਂ ਮੈਂਟ ਵੀ ਹਾਂ ਮੈਂ ਹੁਣ ਵੈਦ ਜੀ ਨਾਲ ਗੱਲ ਕਰ ਰਹੇ ਹਾਂ। ਉਹ ਕੀ ਅਕਸਰ ਹੁੰਦਾ ਕਿ ਪਹਿਲਾਂ ਫੋਨ ਕਰਨਗੇ ਵੀ ਜੀ ਇਹ ਸਾਨੂੰ ਦਵਾਈ ਸਮਝਾ ਦਿਓ, ਫਿਰ ਜਦੋਂ ਕਹਾਂਗੇ ਅੱਛਾ ਲਓ ਤੁਸੀਂ ਬੋਲੋ ਜੀ, ਫਿਰ ਅੱਛਾ 2 ਮਿੰਟ ਰੁਕੋ ਜੀ, ਮੈਂ ਦਵਾਈ ਤਾਂ ਉੱਧਰ ਦੂਸਰੇ ਕਮਰੇ 'ਚ ਪਈ ਹੈ। ਉਹਦੇ ਨਾਲ ਕੀ ਹੁੰਦਾ ਕਿ ਟਾਈਮ ਉਹਨਾਂ ਦਾ ਵੀ ਖਰਾਬ ਹੁੰਦਾ, ਇੱਕ ਡਾਕਟਰ ਦਾ ਵੀ ਖਰਾਬ ਹੁੰਦਾ ਜੀ। ਲੇਕਿਨ ਫਿਰ ਤੁਸੀਂ ਪੁੱਛੋ ਕਿ ਕੀ ਮੈਂ ਖਾ ਸਕਦੀ ਹਾਂ ਜਾਂ ਖਾ ਸਕਦਾ ਹੈ? ਨਹੀਂ, ਅਸੀਂ ਨਾ ਜੀ ਬਕਾਇਦਾ ਸਾਰੇ ਪ੍ਰਕਿਰਤੀ ਦੇ ਮੁਤਾਬਕ ਡਾਈਟ ਚਾਰਟ ਬਣਾਏ ਹੋਏ ਨੇ। ਸਾਡੇ ਕੋਲ ਕੋਈ ਦਵਾਈ ਨਾ ਵੀ ਖਾਵੇ ਤਾਂ ਵੀ ਜੇ ਮੰਨ ਲਓ ਸਾਨੂੰ ਕੋਈ ਵੈਸੇ ਵੀ ਅਸੀਂ ਕਹੇ ਤਾਂ ਅਸੀਂ ਉਹਨੂੰ ਡਾਈਟ ਚਾਰਟ ਭੇਜ ਦਿੰਦੇ ਹਾਂਗੇ। ਸੋ ਇਹ ਵੀ ਦਰਸ਼ਕੋ ਸਮਝਣ ਵਾਲੀ ਗੱਲ ਹੈ ਕਿ ਜਦੋਂ ਤੁਹਾਨੂੰ ਡਾਈਟ ਚਾਰਟ ਵੀ ਜਿਹੜਾ ਹੈ ਵੈਦ ਸਾਹਿਬ ਨਾਲ ਦਿੰਦੇ ਨੇ ਤਾਂ ਉਸ ਨੂੰ ਫੋਲੋ ਕਰਨਾ, ਦੇਖੋ ਇਹ ਤਾਂ ਤੁਹਾਡੀ ਰਿਸਪੌਂਸਿਬਿਲਿਟੀ ਹੈ, ਬਟ ਉਹਨਾਂ ਦੀ ਰਿਸਪੌਂਸਿਬਿਲਿਟੀ ਜਿਹੜੀ ਹੈ ਕਿ ਤੁਹਾਨੂੰ ਹਰ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਔਰ ਤੁਹਾਨੂੰ ਗਾਈਡ ਕਰਨਾ ਕਿ ਤੁਸੀਂ ਕਿਵੇਂ ਠੀਕ ਹੋ ਸਕਦੇ ਹੋ। ਸੋ ਬਹੁਤ ਸਾਰੇ ਲੋਕ ਕਰਦੇ ਵੀ ਨੇ ਉਸ ਨੂੰ ਫੋਲੋ, ਔਰ ਫਿਰ ਉਹੀ ਕਾਲ ਕਰਦੇ ਨੇ ਕਿ ਅਸੀਂ ਬਿਲਕੁਲ ਸਾਨੂੰ ਫਰਕ ਪਿਆ, ਅਸੀਂ ਠੀਕ ਹੋਏ। ਤਾਂ ਇਹ ਬਹੁਤ ਜ਼ਰੂਰੀ ਹੈ। ਫਿਰ ਆਯੁਰਵੇਦ ਨੂੰ ਨਾ ਦੋਸ਼ ਦਿਓ ਜੀ, ਅਸੀਂ ਤਾਂ ਦਵਾਈ ਖਾਧੀ ਸੀ ਸਾਨੂੰ ਫਰਕ ਨਹੀਂ ਪਿਆ, ਬਟ ਤੁਸੀਂ ਉਹ ਜਿਹੜਾ ਲਾਈਫ ਸਟਾਈਲ ਨੂੰ ਚੇਂਜ ਕਰਨਾ ਬਹੁਤ ਜ਼ਰੂਰੀ ਹੈ ਜੀ। ਵਿਦੇਸ਼ ਦੀ ਅਸੀਂ ਗੱਲ ਕਰਦੇ ਸੀ, ਕੈਨੇਡਾ ਦੀ ਅਸੀਂ ਗੱਲ ਕਰਦੇ ਸੀਗੇ, ਲਾਈਫ ਸਟਾਈਲ ਦੀ ਤੁਸੀਂ ਗੱਲ ਕੀਤੀ ਹੈ ਕਿ ਇਹ ਚੀਜ਼ਾਂ ਦੀ ਪ੍ਰੋਬਲਮ ਤਾਂ ਹੈਗੀ ਹੈ ਔਰ ਉਹ ਸਾਡੇ ਲੀਵਰ ਦੇ ਉੱਤੇ ਇਫੈਕਟ ਪਾਉਂਦੀ ਹੈ। ਤੁਸੀਂ ਪ੍ਰਕਿਰਤੀ ਦੀ ਵੀ ਗੱਲ ਕੀਤੀ, ਸੋ ਕੀ ਇੱਕ ਜਿਨ੍ਹਾਂ ਦੀ ਪ੍ਰਕਿਰਤੀ ਲਾਈਕ ਪਿੱਤ ਦੀ ਹੈਗੀ ਹੈ, ਉਸ ਤੋਂ ਇਲਾਵਾ ਜਿਹੜੀ ਦੂਸਰੀ ਪ੍ਰਕਿਰਤੀ ਹੁੰਦੀ ਹੈ ਕਿ ਲਾਈਕ ਵਾਯੂ ਦੀ ਤੇ ਵਾਯੂ ਦੀ,
ਕੀ ਉਹਨਾਂ ਦੇ ਵੀ ਲੀਵਰ ਨੂੰ ਰਿਸਕ ਰਹਿੰਦਾ ਹੈ ਅਗਰ ਕੁਝ ਸਿਮਿਲਰਲੀ ਅਗਰ ਚੀਜ਼ਾਂ ਨਹੀਂ ਫੋਲੋ ਕਰਦੇ ਤਾਂ? ਦੇਖੋ ਰਿਸਕ ਹਰੇਕ ਬੰਦੇ ਨੂੰ ਹੈ ਜੀ, ਜਿਨ੍ਹਾਂ ਨੂੰ ਪਿੱਤ ਵੜਨ ਜ਼ਿਆਦਾ ਹੋਏਗਾ, ਜਲਦੀ ਹੋਏਗਾ। ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ, ਜਿਹੜੇ ਕਫ ਪ੍ਰਕਿਰਤੀ ਵਾਲੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਖਾਂਸੀ ਜ਼ੁਕਾਮ ਇੱਕਦਮ ਫਲੇਅਰ ਹੋਏਗਾ, ਉਹ ਫਲੇਅਰ ਅਪ ਹੋਏਗਾ ਜਲਦੀ, ਜ਼ੁਕਾਮ, ਛਿੱਕਾਂ, ਜੀ, ਕੰਨਾਂ 'ਚ ਆਵਾਜ਼ ਆਉਣੀ, ਉਹ ਕਫ ਵਾਲੇ ਨੂੰ ਜ਼ਿਆਦਾ, ਪਿੱਤ ਵਾਲੇ ਨੂੰ ਘੱਟ ਹੋਏਗਾ। ਜਿਵੇਂ ਪਿੱਤ ਵਾਲੇ ਨੂੰ ਦੱਸਿਆ ਲਿਵਰ 'ਤੇ ਜ਼ਿਆਦਾ ਇੰਡਾਈਜੈਸ਼ਨ ਜ਼ਿਆਦਾ, ਐਸਿਡਿਟੀ ਜ਼ਿਆਦਾ ਹੋਏਗੀ। ਸੇਮ ਜਿਹੜਾ ਵਾਯੂ ਵਾਲਾ ਹੈਗਾ ਉਹਨੂੰ ਜੋੜਾਂ ਦਾ ਦਰਦ, ਗਠੀਆ, ਆਰਥਰਾਈਟਸ, ਇਨਸੋਮਨੀਆ, ਬਲੱਡ ਪ੍ਰੈਸ਼ਰ ਹਾਈ ਹੋਣਾ ਉਹਨਾਂ ਨੂੰ ਜ਼ਿਆਦਾ ਹੋਏਗਾ। ਸੋ ਇਹ ਸਾਰੇ ਪੈਰਾਮੀਟਰਸ ਨੇ ਜੀ, ਉਹ ਬੜੇ ਕਲੀਅਰਲੀ ਆਯੁਰਵੇਦ ਦੇ ਵਿੱਚ ਡਿਫਾਈਨ ਕੀਤੇ ਹੋਏ ਨੇਗੇ। ਤਾਂ ਹੀ ਮੈਂ ਕਹਿੰਦਾ ਵੀ ਥੋੜ੍ਹਾ ਜਿਹਾ ਤੁਸੀਂ ਬੇਸਿਕ ਪ੍ਰਿੰਸੀਪਲਸ ਨੂੰ ਅਗਰ ਸਮਝੋਗੇ ਤੁਸੀਂ ਜਲਦੀ ਕੋਈ ਬਿਮਾਰ ਹੀ ਨਹੀਂ ਹੋ ਸਕਦੇ ਜੀ। ਲੇਕਿਨ ਇਹਨੂੰ ਥੋੜ੍ਹਾ ਸਮਝ ਕੇ ਚੱਲਣਾ। ਅੱਜ ਵੈਸੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਲੋਕਾਂ 'ਚ ਅਵੇਅਰਨੈਸ ਵੱਧ ਰਹੀ ਹੈ। ਹੁਣ ਜਿਵੇਂ ਜਿਨ੍ਹਾਂ ਨੂੰ ਸਿਰੋਸਿਸ ਆਫ ਲਿਵਰ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ, ਉਹਦੀ ਐਕਸਟਰਨਲ ਟਰੀਟਮੈਂਟ ਵੀ ਆਯੁਰਵੇਦ ਦੇ ਬੜੇ ਅੱਛੇ ਨੇ। ਜਿਹੜੇ ਅਸੀਂ ਪੰਚਕਰਮਾਂ ਦੀ ਗੱਲ ਕਰਦੇ ਹੁੰਦੇ ਹਾਂ, ਓਕੇ, ਬਮਨ, ਬਰੇਚਨ, ਉਹਨਾਂ ਦਾ ਮਕਸਦ ਕੀ ਹੈ? ਟੌਕਸਿਕ ਬਾਹਰ ਕੱਢਣੇ ਨੇ। ਜਿਵੇਂ ਸਾਡਾ ਡਿਟੌਕਸਿਕ ਪਾਊਡਰ ਬਣਿਆ ਹੋਇਆ ਨਾ ਜੀ, ਡਿਟੌਕਸਿਕ ਜਿਹੜਾ ਪਾਊਡਰ ਹੈ ਸਾਡਾ, ਉਹ ਵੀ ਲਿਵਰ ਦੇ ਨੂੰ ਸ਼ੋਧਨ ਕਰਨ ਵਾਸਤੇ, ਬੋਡੀ ਦੇ ਟੌਕਸਿਕ ਬਾਹਰ ਕੱਢਣ ਵਾਸਤੇ ਹੈ ਜੀ। ਜਿਹੜੇ ਪੰਚਕਰਮਾ ਦੇ ਟਰੀਟਮੈਂਟ ਨੇ ਉਹ ਵੀ ਬਹੁਤ ਇਫੈਕਟਿਵ ਨੇ। ਓਕੇ, ਕਈ ਵਾਰ ਪਾਣੀ ਭਰ ਜਾਂਦਾ ਹੈਗਾ ਜ਼ਿਆਦਾ, ਯੈਸ, ਸਟੇਜ ਨੈਕਸਟ ਆ ਗਈ ਤਾਂ ਫਿਰ ਉਹ ਪੰਚਕਰਮਾ ਦੇ ਨਾਲ ਟ੍ਰੀਟ। ਅੱਛਾ, ਨਾਲੇ ਉਹ ਐਕਸਟਰਨਲ ਟਰੀਟਮੈਂਟ ਇੱਕ ਤਰ੍ਹਾਂ ਦਾ ਐਕਸਟਰਨਲ, ਇਹ ਤਾਂ ਨਹੀਂ ਹੈ ਕਿ ਬਮਨ ਕਰਾਉਣਾ ਤਾਂ ਇੰਟਰਨਲੀ ਮੈਡੀਸਨ ਦੇਣੀ ਪਏਗੀ, ਬਰੇਚਨ ਲਈ ਵੀ ਦੇਣੀ ਪਏਗੀ। ਕਹਿਣ ਦਾ ਮਤਲਬ ਹੈ ਕਿ ਉਹਦੇ ਵਿੱਚ ਕੋਈ ਬਹੁਤ ਸਾਰੀਆਂ ਦਵਾਈਆਂ ਨਹੀਂ ਪਹਿਲਾਂ ਦੇਣ ਦੀ ਲੋੜ। ਪਹਿਲਾਂ ਜੇ ਆਪਾਂ ਪੰਚਕਰਮਾ ਰਾਹੀਂ ਬੋਡੀ ਦਾ ਸ਼ੋਧਨ ਕਰ ਲਾਂਗੇ ਤਾਂ ਹੋਰ ਵੀ ਇਫੈਕਟਿਵਲੀ ਔਰ ਜਲਦੀ ਆਪਾਂ ਲਿਵਰ ਦੇ ਉੱਪਰ ਠੀਕ ਕਰਨ ਵਿੱਚ ਕਾਬੂ ਪਾ ਸਕਦੇ ਹਾਂ। ਔਰ ਪੰਚਕਰਮਾ ਦੇ ਲਈ ਤਾਂ ਤੁਸੀਂ ਜਿਹੜਾ ਹੈ ਉਹ ਵਿਜ਼ਿਟ ਕਰ ਸਕਦੇ ਹੋ, ਬਹੁਤ ਅੱਛੇ ਇੰਤਜ਼ਾਮਾਤ ਨੇ ਇੱਥੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਪੰਚਕਰਮਾ ਟ੍ਰੀਟਮੈਂਟ ਨਹੀਂ, ਬੜਾ ਵਿਧੀਵਤ ਹੈ ਜੀ। ਮੇਰੇ ਦੋਨੋਂ ਬੱਚੇ ਤੁਹਾਨੂੰ ਦੱਸਿਆ ਵੀ ਪੰਚਕਰਮਾ ਦੇ ਵਿੱਚ MD ਨੇ, ਪੋਸਟ ਗ੍ਰੈਜੂਏਟ ਨੇ ਔਰ ਬੜੇ ਅੱਛੇ ਸੰਸਥਾਨ ਚੋਂ, ਇੰਸਟੀਚਿਊਟ ਵਿੱਚੋਂ ਪੜ੍ਹ ਕੇ ਆਏ ਨੇ ਔਰ ਲੋਕ ਬੜੇ ਸੈਟਿਸਫਾਈਡ ਨੇਗੇ ਜੀ। ਤੇ ਸਾਡੇ ਕੋਲ ਇਸ ਵੇਲੇ ਦੇਖੋ ਤੁਸੀਂ ਫੋਰਨ ਤੋਂ ਵੀ, ਇੰਡੀਆ ਤੋਂ ਵੀ, ਬੜੇ ਦੂਰ ਦੂਰ ਤੋਂ ਲੋਕ ਪਹਿਲਾਂ ਟਾਈਮ ਲੈ ਕੇ ਇਸ ਪੰਚਕਰਮਾ ਵਾਸਤੇ ਆਉਂਦੇ ਨੇਗੇ ਤੇ ਬੜਾ ਇਫੈਕਟਿਵ ਟਰੀਟਮੈਂਟ ਹੈ। ਮੈਂ ਇਹ ਕਹਾਂਗਾ ਜਿਹੜੇ ਮੈਂ ਅਸੀਂ ਨਾ ਜੀ ਕਈਆਂ ਨੂੰ ਕੰਸੈਂਟ ਲੈ ਕੇ, ਜਿਹੜੇ ਪੇਸ਼ੈਂਟ ਨਹੀਂ ਜ਼ਿਆਦਾ ਮਹਿਸੂਸ ਕਰਦੇ ਉਹਨਾਂ ਕੰਸੈਂਟ ਲੈ ਕੇ ਅਸੀਂ ਟੈਸਟੀਮੋਨੀਅਲ ਪਾਏ ਹੋਏ ਨੇਗੇ। ਅੱਛਾ, ਲਿਵਰ ਦੇ ਵੀ ਜਿਹੜੇ ਪੇਸ਼ੈਂਟ ਠੀਕ ਕਰ ਨੇਗੇ, ਜਾਂ ਜਿਹੜੇ ਆਰਥਰਾਈਟਸ ਦੇ, ਗੋਡਿਆਂ ਦੇ ਡਾਕਟਰ ਨੇ ਉਹਨੂੰ ਆਪਰੇਸ਼ਨ ਲਈ ਦੱਸਤਾ, ਪੰਚਕਰਮਾ ਰਾਹੀਂ ਜਿਹੜੇ ਉਹ ਠੀਕ ਹੋ ਰਹੇ ਨੇਗੇ, ਰਾਈਟ, ਉਹ ਅਸੀਂ ਉਹਨਾਂ ਦੇ ਟੈਸਟੀਮੋਨੀਅਲ ਵੀ ਉਹਦੇ ਉੱਪਰ ਪਾਏ ਹੋਏ ਨੇ। ਵੈਦ ਸਾਹਿਬ, ਜਦੋਂ ਕ੍ਰੋਨਿਕ ਦੀ ਅਸੀਂ ਗੱਲ ਕਰਦੇ ਹਾਂ, ਸਟੇਜਸ ਉਹ ਆ ਜਾਂਦੀਆਂ ਨੇ ਹੈਪੇਟਾਈਟਸ A B C ਵਾਲੀਆਂ, ਔਰ C ਆਈ ਥਿੰਕ ਦ ਵਰਸਟ ਜੀ ਜੀ ਜੀ। ਸੋ ਜਦੋਂ ਇਹ ਸਟੇਜਸ ਆ ਜਾਂਦੀਆਂ, ਅਸੀਂ ਬਹੁਤ ਸਾਰੇ ਲੋਕ ਦੇਖਦੇ ਹਾਂ ਕਿ ਬਹੁਤ ਸਾਰੇ ਜਾਣਕਾਰ ਵੀ ਮੇਰੇ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮਸ ਹੋਈਆਂ, ਉਹ ਨਹੀਂ ਰਹੇ ਇਸ ਦੁਨੀਆ ਦੇ ਵਿੱਚ। ਅਫਸੋਸ ਦੀ ਗੱਲ ਹੈ ਕਿ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਲੱਗ ਸਕਿਆ ਸਮੇਂ ਸਿਰ ਕਿ ਆਯੁਰਵੇਦ ਉਹਨਾਂ ਨੂੰ ਪ੍ਰੋਟੈਕਟ ਕਰ ਸਕਦਾ। ਸੋ ਉਸ ਸਟੇਜ ਦੇ ਉੱਤੇ ਆਯੁਰਵੇਦ ਦੀ ਕੀ ਭੂਮਿਕਾ ਰਹਿੰਦੀ ਹੈ ਔਰ ਕਿਵੇਂ ਉਹ ਇਨਸਾਨ ਵੀ ਕੀ ਆਪਣੀ ਜ਼ਿੰਦਗੀ ਨੂੰ ਬਚਾ ਸਕਦਾ? ਮੈਂ ਕਾਊਂਟਰ ਸ਼ੁਰੂ ਕਰਾਂਗਾ ਇਹਦਾ ਦੱਸਣ ਲਈ ਜੀ। ਮੈਨੂੰ ਇਹ ਦੱਸੋ ਕਿ ਜਦੋਂ ਹੈਪੇਟਾਈਟਸ C ਹੋ ਜਾਂਦਾ, ਕਿਸੇ ਪੈਥੀ 'ਚ ਕਿਤੇ ਉਹਦਾ ਕੋਈ ਇਲਾਜ ਹੈ? ਮੇਰੇ ਖਿਆਲ ਨਾਲ ਉਹ ਸਿਰਫ ਉਹਦੀ ਇਮਿਊਨਿਟੀ ਨੂੰ ਇਨਹਾਂਸ ਕਰਨ ਲਈ ਕੋਈ ਵਿਟਾਮਿਨ B ਕੰਪਲੈਕਸ ਜਾਂ ਕੋਈ ਦੇਣਾ ਸ਼ੁਰੂ ਕਰ ਦਿੰਦਾ। ਹੋਰ ਤਾਂ ਕੁਝ ਨਹੀਂ। ਆਯੁਰਵੇਦ ਹੀ ਹੈ। ਆਯੁਰਵੇਦ ਦਾ ਜਿਹੜਾ ਵੇ ਆਫ ਟਰੀਟਮੈਂਟ ਹੈ, ਵੇ ਆਫ ਡਾਇਗਨੋਜ਼ ਹੈ, ਵੇ ਆਫ ਟਰੀਟਮੈਂਟ ਹੈ, ਬਹੁਤ ਇਫੈਕਟਿਵ ਹੈ ਜੀ। ਪਹਿਲਾਂ ਟੌਕਸਿਕ ਕੱਢਦੇ ਹਾਂ, ਬਾਡੀ ਨੂੰ ਡਿਟੌਕਸੀਫਾਈ ਕਰਦੇ ਹਾਂ, ਅਨਨੈਸੈਸਰੀ ਜੋ ਲਿਵਰ ਪਰ ਬੋਝ ਪੈ ਰਿਹਾ ਹੈਗਾ। ਮੈਂ ਦੱਸਿਆ ਕਿ ਇਹ ਬੜਾ ਮਸਤ ਮੌਲਾ ਸਾਡਾ ਆਰਗਨ ਹੈ, ਜਲਦੀ ਠੀਕ ਮੰਨਦਾ ਨਹੀਂ ਇਹ ਜਿੰਨਾ ਡੈਮੇਜ ਹੋ ਜਾਵੇ ਰਿਵਾਈਵ ਔਖਾ, ਇੰਪੋਸੀਬਲ ਨਹੀਂ ਹੈ। ਅੱਛਾ, ਰਿਵਾਈਵ ਹੁੰਦਾ ਹੈ, ਲੇਕਿਨ ਜੇ ਵਿਧੀਵਤ ਤਰੀਕੇ ਨਾਲ ਕੀਤਾ ਜਾਵੇ, ਉਹ ਵਿਧੀਵਤ ਤਰੀਕਾ ਆਯੁਰਵੇਦ ਹੈ। ਓਕੇ, ਪਹਿਲਾਂ ਉਹਦੇ ਡਿਟੌਕਸ ਕਰਨਾ, ਟੌਕਸਿਕ ਬਾਹਰ ਕੱਢਣੇ, ਫਿਰ ਜੋ ਉਹਦੇ ਕਾਰਨ ਜਿਹੜੀਆਂ ਚੀਜ਼ਾਂ ਲਿਵਰ ਨੂੰ ਅਫੈਕਟ ਕਰ ਰਹੀਆਂ ਨੇ, ਚਾਹੇ ਉਹ ਐਸਿਡਿਟੀ ਹੈ, ਅਲਸਰਸ ਨੇ, ਸੰਗ੍ਰਹਿਣੀ ਹੈ, ਬਹੁਤ ਦਵਾਈਆਂ ਲੋਕ ਖਾ ਰਹੇ ਨੇ, ਉਹ ਦਵਾਈਆਂ ਤੋਂ ਖੜਾ ਛਡਾਉਣਾ। ਲੇਕਿਨ ਡਰੱਗ ਆਫ ਚੋਇਸ ਜਿਹੜੀ ਹੈ, ਤੁਸੀਂ ਗੂਗਲ ਦੇਖ ਲਓ, ਕਿਤੇ ਦੇਖ ਲਓ, ਉਹ ਕੁਟਕੀ ਹਰਬ ਹੈ। ਔਰ ਮੈਂ ਹੈਪੇਟਾਈਟਸ C ਦੇ ਵੀ ਸਾਡੇ ਕੋਲ ਇਹ ਅਸੀਂ ਸਾਰੇ ਡਾਕੂਮੈਂਟੇਸ਼ਨ ਰੱਖਦੇ ਹਾਂ ਪੇਸ਼ੈਂਟਾਂ ਦੀ। ਅੱਛਾ ਜੀ। ਉਹ ਸਾਰੇ ਅਸੀਂ ਜਿਹੜੇ ਪੇਸ਼ੈਂਟ ਇਹ ਠੀਕ ਕਰਦੇ ਹਾਂ ਇਸ ਤਰ੍ਹਾਂ ਦੇ, ਉਹਨਾਂ ਦੀ ਡਾਕੂਮੈਂਟੇਸ਼ਨ ਹੈ। ਔਰ ਮੈਂ ਤਾਂ ਇਹ ਕਹੂੰਗਾ ਕਿ ਉਹ ਪਰਮਾਤਮਾ ਠੀਕ ਕਰਾਉਣ ਵਾਲਾ ਤਾਂ ਉੱਪਰ ਵਾਲਾ ਹੈਗਾ, ਪਰ ਸਾਨੂੰ ਇੱਕ ਜਰੀਆ ਜਾਂ ਸਾਨੂੰ ਇੱਕ ਬੁੱਧੀ ਦਿੱਤੀ ਹੋਈ ਹੈ। ਮੈਂ ਹਮੇਸ਼ਾ ਪਰਮਾਤਮਾ ਨੂੰ ਕਹਿਣਾ ਹੁੰਦਾ ਵੀ ਇਹ ਬਖਸ਼ਿਸ਼ ਕਰੀ ਰੱਖੀ, ਜਿੱਦੇ ਤੈਨੂੰ ਲੱਗੇ ਵੀ ਹਾਂ ਅਸੀਂ ਹੁਣ ਇਸ ਕਾਬਲ ਨਹੀਂ ਹੈਗੇ,
ਤਾਂ ਸਾਨੂੰ ਕੋਈ ਹੋਰ ਕੰਮ ਦੇ ਦੀ। ਕੀ ਬਾਤ ਜੇ ਸਾਨੂੰ ਇਹ ਕੰਮ ਲਗਾਇਆ ਹੋਏਗਾ ਕਿ ਅਸੀਂ ਕਾਇਆ ਨੂੰ ਕਿਸੇ ਨੂੰ ਸਵਸਥ ਕਰਨਾ ਹੈਗਾ, ਜੀ। ਤੂੰ ਸਾਨੂੰ ਬਖਸ਼ਿਸ਼ ਕਰ ਰਿਹਾ ਹੈ ਡਾਇਗਨੋਸ ਕਰਨ ਦੇ ਵਿੱਚ, ਚਿਕਿਤਸਾ ਕਰਨ ਦੇ ਵਿੱਚ, ਤਾਂ ਇਹ ਬਖਸ਼ਿਸ਼ ਨੂੰ ਬਣਾ ਕੇ ਰੱਖੀ। ਔਰ ਉਹ ਆਯੁਰਵੇਦ ਹੀ ਹੈ, ਜੀ। ਜਰੀਆ ਆਯੁਰਵੇਦ ਹੀ ਹੈ। ਇਸ ਲਈ ਮੈਂ ਕਹਿੰਦਾ ਹੁੰਦਾ ਆਯੁਰਵੇਦ ਸਹਿ ਉਚਤੇ ਇੱਕ ਇਹੋ ਜਿਹੀ ਕੰਪਲੀਟ ਸਾਇੰਸ ਹੈ ਜੀ ਜਿਹੜੀ ਕਿ ਤੁਹਾਡੇ ਬਾਡੀ ਦੀ ਮਾਈਕਰੋ ਚੈਨਲਸ ਤੱਕ ਕਿਤੇ ਵੀ ਕੋਈ, ਜਿਹਨੂੰ ਅਸੀਂ ਆਯੁਰਵੇਦ ਸਰੋਤਜ ਕਹਿ ਦਿੰਦੇ ਹਾਂ, ਜੀ ਕਿਤੇ ਵੀ ਕੋਈ obstruction ਹੈ ਉਹ ਤੁਸੀਂ ਬਿਨਾਂ ਮਸ਼ੀਨਾਂ ਦੇ, ਬਿਨਾਂ ਉਸਦੇ ਪੰਚਕਰਮਾਂ ਰਾਹੀਂ ਸ਼ੋਧਨ ਕਰਕੇ ਔਰ ਨੈਚੁਰਲ ਤਰੀਕੇ ਨਾਲ ਬਾਡੀ ਦੇ ਵਿੱਚ ਹਰਬਸ ਨੂੰ ਬੈਲੈਂਸ ਤਰੀਕੇ ਨਾਲ ਮਾਤਰਾ ਮੁਤਾਬਕ ਠੀਕ ਮਾਤਰਾ ਪਹੁੰਚਾ ਕੇ ਤੁਸੀਂ ਆਯੁਰਵੇਦ ਨੂੰ ਬਾਡੀ ਨੂੰ ਸਵਸਥ ਕਰ ਸਕਦੇ ਹੋ। ਇਹ ਲਿਵਰ ਫੈਟੀ ਜਾਂ ਇਹ ਛੋਟੀ ਛੋਟੀ ਚੀਜ਼ਾਂ, ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ। ਕੀ ਬਾਤ ਹੈ। ਸੋ ਵੈਦ ਸਾਹਿਬ, ਅੱਜ ਮੇਰੇ ਖਿਆਲ ਨਾਲ ਤੁਸੀਂ ਨਾ ਇੱਕ ਲੋਕਾਂ ਨੂੰ ਬਹੁਤ ਵੱਡੀ ਉਮੀਦ ਦਿੱਤੀ ਹੈ, ਜੀ, ਇੱਕ ਉਹਨਾਂ ਨੂੰ ਆਸ ਬੰਨੀ ਹੈ ਕਿ ਉਹ ਆਪਣੇ ਆਪ ਨੂੰ ਠੀਕ ਕਰ ਸਕਦੇ ਨੇ। ਔਰ ਇਦਾਂ ਦੀ ਪ੍ਰੋਬਲਮ ਜਿਹੜਾ ਹਾਰ ਜਾਂਦੇ ਨੇ ਲੋਕੀ, ਹਾਰ ਜਾਂਦੇ ਨੇ ਜਦੋਂ ਇੱਧਰ ਟ੍ਰੀਟਮੈਂਟ ਕਰਾਇਆ, ਉੱਧਰ ਕਰਾਇਆ, ਉਸ ਤੋਂ ਬਾਅਦ ਕਈ ਗਿਵ ਅਪ ਕਰ ਜਾਂਦੇ ਕਿ ਚਲੋ ਕੋਈ ਨਹੀਂ, ਹੁਣ ਤਾਂ ਸ਼ਾਇਦ ਇਹੀ ਲਾਈਫ ਹੈ। ਸੋ ਉਹਨਾਂ ਨੂੰ ਇੱਕ ਰਾਹ, ਇੱਕ ਉਮੀਦ ਮਿਲਦੀ ਹੈ ਜਦੋਂ ਆਯੁਰਵੇਦ ਬਾਰੇ ਪਤਾ ਚੱਲਦਾ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਔਰ ਮੇਰੇ ਖਿਆਲ ਨਾਲ ਦਰਸ਼ਕ ਵੀ ਬੜੇ ਖੁਸ਼ ਹੋਏ ਹੋਣੇ ਕਿ ਜਿਨ੍ਹਾਂ ਨੂੰ ਹੈਪੇਟਾਈਟਸ ਦੀ ਅਫਸੋਸ ਕਿ ਉਹਨਾਂ ਨੂੰ ਇਹ ਸ਼ਿਕਾਇਤ ਅਗਰ ਹੋ ਗਈ ਹੈ, ਸੋ ਉਹ ਵੈਦ ਸਾਹਿਬ ਨਾਲ ਸੰਪਰਕ ਕਰ ਸਕਦੇ ਨੇ ਔਰ ਆਪਣੇ ਆਪ ਨੂੰ ਉਸ ਚੋਂ ਬਾਹਰ ਲੈ ਕੇ ਆ ਸਕਦੇ ਨੇ। ਸੋ ਤੁਹਾਡੇ ਲਈ ਲਾਈਫ ਅਜੇ ਬਾਕੀ ਹੈ। ਜੀ ਸੋ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨਾ ਕਸ਼ਟ ਕੀਤਾ ਔਰ ਇੰਨਾ ਅੱਛਾ ਟੌਪਿਕ ਲੈ ਕੇ ਆਏ ਹੋ। ਮੈਂ ਚਾਹਾਂਗਾ ਕਿ ਇਸ ਨੂੰ ਧਿਆਨ ਨਾਲ ਸੁਣੋ, ਦੁਬਾਰਾ ਫਿਰ ਸੁਣ ਸਕਦੇ ਹੋ। ਮੇਰੇ ਨਾਲ ਸੰਪਰਕ ਕਰਨਾ ਹੈ ਤਾਂ ਮੇਰਾ 94 170 42 231 94 170 42231 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਕਿਤੇ ਵੀ ਤੁਹਾਨੂੰ ਲਿਵਰ ਫੈਟੀ ਗ੍ਰੇਡ 1 ਗ੍ਰੇਡ 2 ਹੈਪੇਟਾਈਟਸ A B C, ਇਹ ਆਯੁਰਵੇਦ ਰਾਹੀਂ, ਆਯੁਰਵੇਦ ਦੀ ਵਿਧੀ ਰਾਹੀਂ, ਆਯੁਰਵੇਦ ਟ੍ਰੀਟਮੈਂਟ ਰਾਹੀਂ ਤੁਸੀਂ ਘਰੇ ਬੈਠ ਕੇ ਵੀ ਜਾਂ ਇੱਕ ਯੋਗ ਵੈਦ ਦੀ ਪਰਾਮਰਸ਼ ਲੈ ਕੇ, ਕੰਸਲਟ ਕਰਕੇ ਹਰਬਸ ਦੇ ਰਾਹੀਂ ਆਪਦੇ ਨੂੰ ਠੀਕ ਕਰ ਸਕਦੇ ਹੋ। ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕਾਂ ਨੂੰ ਇਹੀ ਕਹਾਂਗੇ ਜੀ, ਆਪਣਾ ਧਿਆਨ ਰੱਖੋ, ਨਾਲ ਨਾਲ ਆਪਣਾ ਦਾ ਧਿਆਨ ਰੱਖੋ। ਇਸ ਦੇ ਨਾਲ ਹੈਲਥ ਟਾਕ ਜ਼ਰੂਰ ਦੇਖਦੇ ਰਹੋ ਔਰ ਬਣੇ ਰਹੋ ਹਮਦਰਦ ਟੀਵੀ ਦੇ ਨਾਲ। ਅਸੀਂ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ। ਸਤਿ ਸ਼੍ਰੀ ਅਕਾਲ।